ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਕੌਰ ਹੈ ਤੇ ਅੱਜ ਆਪਾਂ ਇਸ ਕਲਾਸ ਦੇ ਵਿੱਚ ਜੋ ਪੀਟੀ ਦੀ ਰਾਈਟਿੰਗ ਆ ਉਹਦਾ ਕਨਸੈਪਟ ਕਲੀਅਰ ਕਰਾਂਗੇ ਕਿ ਜਦੋਂ ਤੁਸੀਂ ਰਾਈਟਿੰਗ ਲਿਖਦੇ ਹੋ ਤੇ ਇਹ ਚੀਜ਼ਾਂ ਧਿਆਨ ਚ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਨਾਲ ਹੀ ਤੁਹਾਡੇ ਰਾਈਟਿੰਗ ਦੇ ਵਿੱਚ ਸਕੋਰ ਪਲੱਸ ਹੋਣੀ ਹੈ ਤੇ ਸਕੋਰ ਮਾਈਨਸ ਹੋਣੀ ਹੈ। ਠੀਕ ਹੈ ਜੀ। ਹੁਣ ਧਿਆਨ ਦੇ ਨਾਲ ਦੇਖੋ ਕਿ ਜਦੋਂ ਤੁਸੀਂ ਆਪਣੇ ਪੀਟੀ ਦਾ ਐਸੇ ਲਿਖਦੇ ਹੋ ਨਾ, 7 ਟੀਚਰਸ ਉਹਨੂੰ ਚੈੱਕ ਕਰਦੇ ਆ। ਠੀਕ ਹੈ ਜੀ। ਕਿਹੜੇ ਕਿਹੜੇ 7 ਟੀਚਰਸ ਆ, ਕਿਹੜੀਆਂ ਚੀਜ਼ਾਂ ਤੁਹਾਨੂੰ ਧਿਆਨ ਦੇ ਵਿੱਚ ਰੱਖਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੈ। ਜੋ ਤੁਸੀਂ ਰਾਈਟਿੰਗ ਐਸੇ ਲਿਖਣਾ ਹੈ ਪੀਟੀ ਦਾ, ਉਹ ਸਾਰਾ ਕੁਝ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ। ਬਸ ਹਾਂ, ਧਿਆਨ ਨਾਲ ਇਸ ਕਲਾਸ ਨੂੰ ਸੁਣਨਾ ਹੈ ਤੇ ਲਾਸਟ ਤੇ ਮੈਂ ਤੁਹਾਨੂੰ ਇੱਕ ਸੈਂਪਲ ਵੀ ਕਰਵਾਵਾਂਗੀ ਕਿ ਕਿੱਦਾਂ ਆਪਾਂ 90 ਸਕੋਰ ਲੈਣ ਵਾਸਤੇ ਪੀਟੀ ਦੇ ਵਿੱਚ ਐਸੇ ਨੂੰ ਰਾਈਟ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਕਿਹੜੀਆਂ ਚੀਜ਼ਾਂ ਦਾ ਮਸਟ ਧਿਆਨ ਰੱਖਣਾ ਹੈ ਰਾਈਟਿੰਗ ਐਸੇ ਲਿਖਦੇ ਟਾਈਮ। ਠੀਕ ਹੈ ਜੀ। ਸਭ ਤੋਂ ਪਹਿਲਾਂ ਦੇਖੋ ਕਿ ਐਸੇ ਕੰਪੋਨੈਂਟ ਜਿਹੜੇ ਹੈਗੇ ਆ ਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਤੇ ਜਿਨ੍ਹਾਂ ਤੇ ਬੇਸ ਤੇ ਤੁਹਾਡੀ ਰਾਈਟਿੰਗ ਚੈੱਕ ਹੁੰਦੀ ਹੈ। ਸਭ ਤੋਂ ਪਹਿਲਾਂ ਜੇ ਤੁਹਾਡਾ ਕੰਟੈਂਟ ਆ, ਧਿਆਨ ਨਾਲ ਸੁਣਿਓ। ਕੰਟੈਂਟ ਕੀ ਹੁੰਦਾ ਕਿ ਜਿੰਨੇ ਵੀ ਕੁਐਸਚਨਸ ਟਾਈਪ ਆ ਉਹਨਾਂ ਦਾ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਨਸਰ ਦਿੱਤਾ ਹੈ ਕਿ ਨਹੀਂ ਦਿੱਤਾ। ਹੁਣ ਸਟੇਟਮੈਂਟ ਦੇ ਵਿੱਚ ਕਿਹਾ ਹੋਇਆ ਟੂ ਵਾਟ ਐਕਸਟੈਂਡ ਡੂ ਯੂ ਐਗਰੀ ਡਿਸਐਗਰੀ। ਠੀਕ ਹੈ। ਤੁਸੀਂ ਕਿਹਾ ਮੈਂ ਪਾਰਸ਼ਲੀ ਐਗਰੀ ਹਾਂ, ਤੇ ਜਦੋਂ ਤੁਸੀਂ ਪਾਰਸ਼ਲੀ ਐਗਰੀ ਜਾਣਾ ਤੁਸੀਂ ਦੋਨੋਂ ਸਾਈਡ ਡਿਸਕਸ ਕਰਨੀ ਹੈ। ਇਟ ਮੀਨਸ ਮੈਂ 50-50 ਐਗਰੀ ਹਾਂ। ਅਗਰ ਤੁਸੀਂ ਕੰਪਲੀਟਲੀ ਐਗਰੀ ਹੈਗੇ, ਤੁਸੀਂ ਇੱਕ ਹੀ ਸਾਈਡ ਨੂੰ ਜਿਹੜਾ ਐਕਸਪਲੇਨ ਕਰਨਾ ਹੈਗਾ ਹੈ। ਤੇ ਜੇ ਉੱਥੇ ਡਿਸਕਸ ਬੋਥ ਵਿਊ ਆਇਆ, ਤੁਸੀਂ ਜਸਟ ਇੱਕ ਹੀ ਚੀਜ਼ ਐਕਸਪਲੇਨ ਕੀਤੀ ਹੈ, ਇੱਕ ਸਾਈਡ ਐਕਸਪਲੇਨ ਕੀਤੀ ਆ, ਦੂਸਰੀ ਸਾਈਡ ਐਕਸਪਲੇਨ ਨਹੀਂ ਕਰ ਰਹੇ, ਤੁਹਾਨੂੰ ਕੰਟੈਂਟ ਦੇ ਵਿੱਚੋਂ ਮਾਰਕਸ ਨਹੀਂ ਹੋਣੇ। ਇਹ ਚੀਜ਼ਾਂ ਧਿਆਨ ਰੱਖਣਾ ਤੁਸੀਂ। ਨੈਕਸਟ ਕਹਿੰਦੇ ਆ ਕਿ ਐਵਰੀ ਆਈਡੀਆ ਸ਼ੁੱਡ ਬੀ ਰੈਲੀਵੈਂਟ ਟੂ ਦੀ ਟੌਪਿਕ। ਜੋ ਵੀ ਤੁਸੀਂ ਆਈਡੀਆ ਦੇ ਰਹੇ ਹੋ ਉਹ ਰੈਲੀਵੈਂਟ ਹੋਣਾ ਚਾਹੀਦਾ ਟੌਪਿਕ ਦੇ ਨਾਲ। ਕਈ ਵਾਰੀ ਬੱਚੇ ਕਾਫੀ ਸਾਰੀਆਂ ਟੈਂਪਲੇਟਸ ਦੀਆਂ ਰਟੀਆਂ ਰਟਾਈਆਂ ਲੈਣਾ ਪੜ੍ਹ ਕੇ ਚੱਲ ਜਾਂਦੇ ਆ, ਕੋਈ ਰੈਲੀਵੈਂਟ ਟੌਪਿਕ ਲਿਖਦੇ ਨਹੀਂ ਐ ਐਸੇ ਨਾਲ ਰਿਲੇਟਡ, ਤੁਹਾਨੂੰ ਕੰਟੈਂਟ ਚੋਂ ਮਾਰਕਸ ਨਹੀਂ ਹੋਣੇ। ਇਹ ਗੱਲ ਯਾਦ ਰੱਖਿਓ। ਨੈਕਸਟ ਕੀ ਆ, ਜੋ ਤੁਸੀਂ ਟੌਪਿਕ ਦੇ ਬਾਰੇ ਮੇਨ ਪੁਆਇੰਟ ਦਿੱਤਾ ਹੈ ਉਹਨੂੰ ਤੁਸੀਂ ਕਲੀਅਰਲੀ ਐਕਸਪਲੇਨ ਕਰਨਾ ਹੈ। ਇਹਦੇ ਨਾਲ ਐਪਰੋਪ੍ਰੀਏਟ ਐਗਜ਼ਾਮਪਲ ਦੇ ਨਾਲ ਜੋ ਕਿ ਉਸ ਆਈਡੀਆ ਨੂੰ ਸਪੋਰਟ ਕਰ ਰਹੀਆਂ ਹੋਣਗੀਆਂ। ਨੈਕਸਟ ਕੀ ਕਰਨਾ ਹੈ ਤੁਸੀਂ ਧਿਆਨ ਦੇ ਵਿੱਚ, ਅਨਨੈਸੈਸਰੀ ਅਨਰਿਲੇਟਡ ਇਨਫੋਰਮੇਸ਼ਨ ਜਿਹੜੀ ਆ ਬਿਲਕੁਲ ਨਹੀਂ ਆਪਣੇ ਐਸੇ ਦੇ ਵਿੱਚ ਲਿਖਣੀ ਹੈਗੀ ਜੋ ਕਿ ਉਹਦੇ ਨਾਲ ਰੈਲੀਵੈਂਟ ਹੈ ਹੀ ਨਹੀਂ ਆ। ਹੁਣ ਕੰਟੈਂਟ ਦੇਖੋ, ਸਭ ਤੋਂ ਪਹਿਲਾਂ ਕਲੀਅਰ ਲੱਗੀ ਚੰਗੀ ਤਰੀਕੇ ਦੇ ਨਾਲ। ਸਭ ਤੋਂ ਪਹਿਲਾਂ ਕਿ ਤੁਸੀਂ ਸਟੇਟਮੈਂਟ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ, ਉਹਦੀ ਕੁਐਸਚਨ ਨੂੰ ਪੜ੍ਹਨਾ ਹੈ ਕਿ ਕੁਐਸਚਨ ਕੀ ਕਹਿ ਰਿਹਾ ਹੈ। ਡਿਸਕਸ ਬੋਥ ਵਿਊ ਕਹਿ ਰਿਹਾ, ਐਡਵਾਂਟੇਜ ਡਿਸਐਡਵਾਂਟੇਜ ਕਹਿ ਰਿਹਾ। ਜਿਵੇਂ ਐਡਵਾਂਟੇਜ ਡਿਸਐਡਵਾਂਟੇਜ ਕਹੀ ਆ, ਤੁਸੀਂ ਦੋਨੋਂ ਪੀਪੀ ਚ ਐਡਵਾਂਟੇਜ ਦੇਤੀ ਆ, ਡਿਸਐਡਵਾਂਟੇਜ ਦਿੱਤੀ ਨਹੀਂ ਹੈਗੀ। ਕੰਟੈਂਟ ਜੋ ਤੁਹਾਨੂੰ ਮਾਰਕਸ ਨਹੀਂ ਹੋਣਗੇ, ਗੱਲ ਯਾਦ ਰੱਖਿਓ। ਉਸ ਤੋਂ ਬਾਅਦ ਜੋ ਤੁਸੀਂ ਮੇਨ ਪੁਆਇੰਟ ਹੈ ਤੁਹਾਨੂੰ ਕਲੀਅਰਲੀ ਐਕਸਪਲੇਨ ਕਰਨਾ, ਇਹਨੂੰ ਸਪੋਰਟ ਕਰਨ ਲਈ ਐਗਜ਼ਾਮਪਲ ਦੇਣੀ ਹੈਗੀ, ਫਿਰ ਉਹਦਾ ਰਿਜ਼ਲਟ ਕੱਢਣਾ। ਕੋਈ ਅਨਨੈਸੈਸਰੀ ਇਨਫੋਰਮੇਸ਼ਨ ਨਹੀਂ ਲਿਖਣੀ ਜੋ ਕਿ ਉਹਦੇ ਨਾਲ ਰੈਲੀਵੈਂਟ ਨਹੀਂ ਹੈਗੀ। ਠੀਕ ਹੈ ਜੀ। ਨੈਕਸਟ ਹੈਗੀ ਆ ਫਾਰਮ। ਫਾਰਮ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ। ਫਾਰਮ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਕਰੈਕਟ ਐਸੇ ਦਾ ਫਾਰਮੈਟ ਫੋਲੋ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ ਜੀ। ਕਹਿੰਦੇ ਯੂਅਰ ਐਸੇ ਸ਼ੁੱਡ ਹੈਵ ਅ ਕਲੀਅਰ ਇੰਟਰੋਡਕਸ਼ਨ। ਠੀਕ ਹੈ। ਬੋਡੀ ਪੈਰਾਗ੍ਰਾਫਸ ਐਂਡ ਦੈਨ ਕੰਕਲੂਜਨ। ਫਾਰਮੈਟ ਕੀ ਹੁੰਦਾ ਹੈ, ਫਾਰਮ ਹੁੰਦੀ ਉਹ ਕੀ ਹੁੰਦੀ ਹੈ, ਫਿਰ ਸਭ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ ਹੋਣੀ ਚਾਹੀਦੀ ਹੈ, ਫਿਰ BP1, ਫਿਰ BP2 ਐਂਡ ਤੇ ਕੰਕਲੂਜਨ। ਇੱਕ ਪ੍ਰੋਪਰ ਫਾਰਮ ਆ ਜੋ ਕਿ ਤੁਹਾਡੀ ਹੋਣੀ ਚਾਹੀਦੀ ਆ। ਇਟ ਸ਼ੁੱਡ ਆਲਸੋ ਮੀਟ ਦੀ ਰਿਕੁਆਇਰਮੈਂਟ ਆਫ ਵਰਡ ਲਿਮਿਟਸ ਐਂਡ ਲੁੱਕ ਵੈਲ ਆਰਗੇਨਾਈਜ਼ਡ। ਪ੍ਰੋਪਰ ਤੁਹਾਡੀ ਵਰਡ ਲਿਮਿਟ ਜਿਹੜੀ ਆ ਉਹ ਕੰਪਲੀਟ ਹੋਣੀ ਚਾਹੀਦੀ ਹੈ। ਮਤਲਬ 200 ਤੋਂ ਲੈ ਕੇ 300 ਦੇ ਵਿੱਚ ਤੁਸੀਂ ਲਿਖਿਆ ਹੋਣਾ ਚਾਹੀਦਾ। ਮਤਲਬ ਜੇ ਤੁਹਾਨੂੰ ਮੈਂ ਬੈਸਟ ਦੱਸਦੀ ਆ ਕਿ ਬੈਸਟ ਵਰਡ ਲਿਮਿਟ ਜੋ ਤੁਹਾਡੀ ਐਸੇ ਦੀ ਹੋਣੀ ਚਾਹੀਦੀ ਆ, ਉਹ ਕਹਿ ਲਓ 250 ਤੋਂ ਲੈ ਕੇ 260 ਦੇ ਅਰਾਊਂਡ ਹੋਣੀ ਚਾਹੀਦੀ। 65 ਤੱਕ ਵੀ ਪਹੁੰਚਦੀ ਤਾਂ ਕੋਈ ਗੱਲ ਨਹੀਂ ਹੈਗੀ, ਇਹਦੇ ਵਿੱਚ ਹੋਣੀ ਚਾਹੀਦੀ ਹੈ। ਠੀਕ ਹੈ ਜੀ। ਮਤਲਬ 200 ਤੋਂ ਲੈ ਕੇ 300 ਦੇ ਵਿੱਚ ਤੁਹਾਡੀ ਵਰਡ ਲਿਮਿਟ ਹੋਣੀ ਚਾਹੀਦੀ ਆ। ਉਹਦੇ ਵਿੱਚ ਪ੍ਰੋਪਰ ਇੰਟਰੋਡਕਸ਼ਨ ਹੋਣੀ ਚਾਹੀਦੀ ਹੈ, BP1 ਹੋਣਾ ਚਾਹੀਦਾ ਹੈ, BP2 ਹੋਣਾ ਚਾਹੀਦਾ, ਪ੍ਰੋਪਰ ਕੰਕਲੂਜਨ ਤੁਹਾਡਾ ਹੋਣਾ ਚਾਹੀਦਾ। ਜੋ ਆ ਫਾਰਮ ਆ ਨਾ ਬੱਚੇ, ਫਾਰਮ ਇਹ ਜੀ ਤੁਹਾਡੇ ਸਾਰਿਆਂ ਦੀ ਪ੍ਰਿੰਸੀਪਲ ਜੋ, ਕਿਉਂਕਿ ਜੇ ਇਹ 0 ਹੋ ਗਈ ਤੁਹਾਡਾ ਕੰਟੈਂਟ ਵੀ 0 ਆ, ਬਾਕੀ 7 ਟੀਚਰਸ ਵੀ ਤੁਹਾਡੀਆਂ 0 ਵੀ ਕੁਝ ਨਹੀਂ ਉੱਥੇ ਕਰ ਸਕਦੇ ਜੇ ਤੁਹਾਡੀ ਫਾਰਮ 0 ਹੋਗੀ। ਇਹ ਗੱਲ ਧਿਆਨ ਰੱਖਣੀ। ਠੀਕ ਹੈ ਜੀ। ਪਹਿਲੀਆਂ ਦੋ ਚੀਜ਼ਾਂ ਚੰਗੀ ਤਰੀਕੇ ਨਾਲ ਕਲੀਅਰ ਆ। ਅਗਰ ਕਿਸੇ ਚੀਜ਼ 'ਚ ਕਨਫਿਊਜ਼ਨ ਹੋਗੀ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਬੱਚੇ। ਠੀਕ ਹੈ ਜੀ। ਨੈਕਸਟ ਜੀ ਆਪਣੀ ਗ੍ਰਾਮਰ ਆ ਜਾਂਦੀ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਗ੍ਰਾਮਰ ਵੀ ਇੰਪੋਰਟੈਂਟ ਹੁੰਦੀ ਹੈ ਐਸੇ ਦੇ ਵਿੱਚ, ਜਿਹਦੇ ਵਿੱਚ ਤੁਹਾਡੀ ਲੈਂਗੁਏਜ ਦੀ ਐਕੂਰੇਸੀ ਦੇਖੀ ਜਾਂਦੀ ਆ ਕਿ ਤੁਸੀਂ ਕਰੈਕਟ ਟੈਂਸਿਸ ਯੂਜ਼ ਕੀਤੇ ਆ, ਸੈਂਟੈਂਸਿਸ ਸਟਰਕਚਰ ਤੁਸੀਂ ਯੂਜ਼ ਕੀਤਾ ਹੈ, ਪ੍ਰੋਪਰ ਆਰਟੀਕਲਸ ਲੱਗੇ ਹੋਇਆ, ਪ੍ਰੈਪੋਜੀਸ਼ਨਸ, ਪੰਚੁਏਸ਼ਨ। ਕਈ ਵਾਰੀ ਬੱਚੇ ਕਾਮਾ ਫੁੱਲ ਸਟਾਪ ਲਾਉਣਾ ਭੁੱਲ ਜਾਂਦੇ ਆ, ਯਾਦ ਨਹੀਂ ਰੱਖਦੇ। ਇਹ ਵੀ ਚੀਜ਼ਾਂ ਧਿਆਨ ਰੱਖਣੀਆਂ ਕਿ ਇਹ ਚੀਜ਼ਾਂ ਨਹੀਂ ਲਾਓਗੇ ਤੇ ਗ੍ਰਾਮਰ ਚੋਂ ਇਹਦੇ ਮਾਰਕਸ ਜਾਣੇ ਆ ਤੁਹਾਡੇ। ਠੀਕ ਆ। ਐਂਡ ਸਬਜੈਕਟ ਵਰਬ ਐਗਰੀਮੈਂਟ ਹੋਣਾ ਚਾਹੀਦਾ ਪ੍ਰੋਪਰ। ਫਿਊਅਰ ਗ੍ਰਾਮੈਟੀਕਲ ਮਿਸਟੇਕ ਰਿਜ਼ਲਟ ਇਨ ਬੈਟਰ ਸਕੋਰ। ਅਗਰ ਬਹੁਤ ਘੱਟ ਗ੍ਰਾਮੈਟੀਕਲ ਐਰਰਸ ਹੋਣਗੇ ਤਾਂ ਬਹੁਤ ਵਧੀਆ ਸਕੋਰ ਹੋਣਗੇ ਤੁਹਾਡੇ। ਠੀਕ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਣਾ ਹੈ। ਨੈਕਸਟ ਆ ਗਿਆ ਸਪੈਲਿੰਗ।
ਠੀਕ ਹੈ। ਸਪੈਲਿੰਗ ਕੀ ਇਵੈਲੂਏਟਸ ਕਰਦੇ ਕਿ ਜੋ ਵਰਡ ਤੁਸੀਂ ਐਸੇ ਦੇ ਵਿੱਚ ਲਿਖਿਆ ਹੈ ਉਹਨੂੰ ਕਰੈਕਟਲੀ ਰਾਈਟ ਕੀਤਾ ਹੈ ਕਿ ਨਹੀਂ ਕੀਤਾ। ਜੋ ਇਨਕਰੈਕਟ ਵਰਡ ਸਪੈਲਿੰਗ ਹੁੰਦੇ ਉਹ ਤੁਹਾਡੇ ਜੋ ਮਾਰਕਸ ਹੈਗੇ ਨੂੰ ਰਿਡਿਊਸ ਕਰ ਸਕਦੇ ਆ। ਸੋ ਇੱਕ ਵਾਰੀ ਕਹਿੰਦੇ ਪ੍ਰੂਫ ਰੀਡ ਜ਼ਰੂਰ ਕਰੋ ਜਦੋਂ ਤੁਸੀਂ ਸਬਮਿਟ ਕਰਨਾ ਹੈ। ਮੈਂ ਹਮੇਸ਼ਾ ਹਰੇਕ ਬੱਚੇ ਨੂੰ ਕਹਿੰਦੀ ਆ ਕਿ 20 ਮਿੰਟ ਦਾ ਤੁਹਾਡਾ ਟਾਸਕ ਹੁੰਦਾ ਹੈ, ਠੀਕ ਹੈ। और ਤੁਹਾਨੂੰ ਨਾਰਮਲੀ ਪਤਾ ਹੈ ਕਿ ਕਿਹੜੇ ਕਿਹੜੇ ਟਾਸਕ ਰਿਪੀਟ ਹੋ ਰਹੇ 36 ਟਾਸਕ ਜੋ ਮੋਸਟਲੀ ਰਿਪੀਟ ਹੋ ਰਹੇ ਐਗਜ਼ਾਮ ਦੇ ਵਿੱਚ ਉਹਨਾਂ ਨੂੰ ਆਲਰੇਡੀ ਚੰਗੀ ਤਰੀਕੇ ਨਾਲ ਪਹਿਲਾਂ ਪ੍ਰਪੇਅਰ ਕਰ ਜੋ, ਠੀਕ ਹੈ। ਆਪਣਾ ਟਾਈਮ ਸੈੱਟ ਕਰੋ ਬੱਚੇ ਕਿ ਤੁਸੀਂ ਕੋਸ਼ਿਸ਼ ਕਰੋ ਤੁਸੀਂ 16 ਤੋਂ ਲੈ ਕੇ 18 ਮਿੰਟ ਦੇ ਵਿੱਚ ਜਿਹੜਾ ਆਪਣਾ ਟਾਸਕ ਆ ਉਹਨੂੰ ਕੰਪਲੀਟ ਕਰਨਾ ਹੈ। 16 to 18 ਮਿੰਟ ਦੇ ਵਿੱਚ ਜੋ ਆਪਣਾ ਟਾਸਕ ਆ ਉਹਨੂੰ ਕੰਪਲੀਟ ਕਰਨਾ ਹੈ। ਬਾਅਦ ਵਿੱਚ 2-3 ਮਿੰਟ ਜੋ ਤੁਹਾਡੇ ਕੋਲ ਬਾਕੀ ਬਚਦੇ ਹੈਗੇ ਉਹਨੂੰ ਤੁਸੀਂ ਕੀ ਕਰਨਾ ਹੈ, ਪ੍ਰੂਫ ਰੀਡ ਕਰਨਾ ਹੈ ਕਿ ਮੇਰਾ ਕੋਈ ਸਪੈਲਿੰਗ ਤਾਂ ਨਹੀਂ ਗਲਤ ਹੈਗਾ, ਸਾਰੇ ਸਪੈਲਿੰਗ ਸਹੀ ਹੈ ਨਾ। ਸਪੈਲਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਗ੍ਰਾਮਰ ਦੇ ਨਾਲੋਂ ਵੀ। ਕਿਉਂ ਮੈਂ ਕਹਿ ਰਹੀ ਹਾਂ ਇਹਦਾ ਰੀਜ਼ਨ ਤੁਹਾਨੂੰ ਮੈਂ ਦੱਸਦੀ ਹਾਂ। ਦੇਖੋ ਬੱਚੇ, ਜਦੋਂ ਤੁਹਾਡਾ ਸਪੈਲਿੰਗ ਗਲਤ ਜਾਏਗਾ ਨਾ, ਧਿਆਨ ਨਾਲ ਸੁਣਿਓ, ਜਦੋਂ ਤੁਹਾਡਾ ਸਪੈਲਿੰਗ ਗਲਤ ਜਾਏਗਾ ਉਹ ਇੱਕ ਵੋਕੈਬਲਰੀ ਦਾ ਵਰਡ ਹੋਊਗਾ, ਵੋਕੈਬਲਰੀ ਦੇ ਵਿੱਚੋਂ ਵੀ ਜਾਣਗੇ, ਠੀਕ ਹੈ। ਹੁਣ ਤੁਸੀਂ ਲਿਖਿਆ ਹੈ ਪਰਸਨਲ ਡਿਵੈਲਪਮੈਂਟ, ਪਰਸਨਲ ਦੀ ਸਪੈਲਿੰਗ ਗਲਤ ਪਾਤੇ, ਡਿਵੈਲਪਮੈਂਟ ਲਿਖਿਆ ਹੋਇਆ, ਉਹਨੂੰ ਕੰਟੈਂਟ ਹੀ ਨਹੀਂ ਸਮਝ ਲੱਗਣੀ ਕਿ ਕਿਹੜੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਹੋ। ਕੰਟੈਂਟ ਚੋਂ ਵੀ ਮਾਰਕਸ ਜਾਣੇ ਜੋ। ਸਪੈਲਿੰਗ ਦੋਵਾਂ ਤਿੰਨਾਂ ਨੂੰ ਹੋਰ ਨਾਲ ਲੈ ਕੇ ਡੁੱਬਦਾ ਹੈ। ਤੁਹਾਡੀ ਵੋਕੈਬਲਰੀ ਦੇ ਵਿੱਚੋਂ ਮਾਰਕਸ ਵੀ ਜਾਣੇ ਆ, ਤੁਹਾਡੇ ਕੰਟੈਂਟ ਚੋਂ ਵੀ ਜਾਣੇ ਆ, ਸਪੈਲਿੰਗ ਚੋਂ ਤੇ ਜਾਣੇ ਆ। ਇਹ ਚੀਜ਼ਾਂ ਖਾਸ ਤੁਸੀਂ ਧਿਆਨ ਰੱਖਣਾ ਹੈ, ਠੀਕ ਹੈ ਜੀ। ਤੇ ਜਦੋਂ ਵੀ ਤੁਸੀਂ ਟਾਸਕ ਲਿਖਣਾ, ਮੈਂ ਅਗੇਨ ਕਹਿ ਰਹੀ ਕੋਸ਼ਿਸ਼ ਕਰੋ 16 ਤੋਂ 18 ਮਿੰਟ ਦੇ ਵਿੱਚ ਟਾਸਕ ਤੁਸੀਂ ਆਪਣਾ ਲਿਖਣਾ ਹੈ। ਤੇ ਜੋ ਬਾਅਦ ਵਿੱਚ 2-3 ਮਿੰਟ ਤੁਹਾਨੂੰ ਬਚਦੇ ਆ, ਪ੍ਰੂਫ ਰੀਡ ਜ਼ਰੂਰ ਕਰਨਾ ਹੈ। ਪ੍ਰੂਫ ਰੀਡ ਤੋਂ ਬਿਨਾ ਤੁਸੀਂ ਸਬਮਿਟ ਨਹੀਂ ਕਰਨਾ। ਅਗਰ ਤੁਹਾਡੇ ਕੋਲ 1-2 ਮਿੰਟ ਬਚਦੇ ਤਾਂ ਸ਼ੁਕਰ ਕਰੋ ਕਿ ਰੱਬ ਨੇ ਤੁਹਾਨੂੰ ਟਾਈਮ ਦਿੱਤਾ ਹੈ ਆਪਣੇ ਬੈਂਡ ਸਕੋਰ ਸੇਵ ਕਰਨ ਦਾ। ਕਿਉਂਕਿ ਨਾਰਮਲੀ ਜਦੋਂ ਆਪਾਂ ਟਾਈਪ ਕਰਦੇ ਆ ਨਾ, ਕਈ ਵਾਰੀ ਸਪੇਸ ਆਪਣੇ ਕੋਲ ਰਹਿ ਜਾਂਦੀ ਹੈ ਜਾਂ ਆਪਣੇ ਕੋਲ ਜ਼ਿਆਦਾ ਸਪੇਸ ਦਿੱਤੀ ਜਾਂਦੀ ਹੈਗੀ ਹੈ ਜਾਂ ਸਪੈਲਿੰਗ ਐਰਰਸ, ਇਹ ਨਾਰਮਲ ਚੀਜ਼ਾਂ ਹੈ ਬੱਚੇ, ਹਰੇਕ ਕੋਲ ਹੋ ਜਾਂਦੀਆਂ। ਪ੍ਰੂਫ ਰੀਡ ਕਰਨਾ ਇੱਕ ਵਾਈਸ ਡਿਸੀਜਨ ਹੈ ਤੁਹਾਡਾ, ਤੇ ਹੁਣ ਤੋਂ ਇਹ ਚੀਜ਼ ਨੂੰ ਅਸੈਪਟ ਕਰੋ ਕਿ ਮੈਂ ਪ੍ਰੂਫ ਰੀਡ ਕਰਨਾ ਹੈ। ਕਿਉਂਕਿ ਲਿਖਦੇ ਟਾਈਮ ਐਰਰਸ ਹੁੰਦੀਆਂ, ਇਹ ਚੀਜ਼ ਤੁਹਾਨੂੰ ਵੀ ਪਤਾ ਹੈ, ਸਪੈਲਿੰਗ ਗਲਤ ਹੋ ਜਾਂਦੀ ਹੈ, ਕਈ ਵਾਰੀ ਆਪਾਂ ਸਪੇਸ ਦੇਣਾ ਭੁੱਲ ਜਾਂਦੇ ਹੈਗੇ ਆ। ਤੇ ਇਹ ਚੀਜ਼ਾਂ ਬਿਲਕੁਲ ਖਾਸ ਧਿਆਨ ਰੱਖਣਾ ਹੈ। ਹੁਣ ਤੁਹਾਨੂੰ ਜਿਹੜੀਆਂ ਮੈਂ ਪਹਿਲਾਂ ਚੀਜ਼ਾਂ ਦੱਸੀਆਂ ਉਹ ਕਲੀਅਰ ਹੈ। ਇੱਕ ਵਾਰੀ ਦੁਬਾਰਾ ਤੋਂ ਫਿਰ ਤੁਹਾਨੂੰ ਇਹ ਚੀਜ਼ਾਂ ਦੱਸ ਦਿੰਦੀ ਹੈ ਕਿ ਮੇਕ ਸ਼ੋਰ ਜਦੋਂ ਤੁਸੀਂ ਟਾਸਕ ਲਿਖੋ ਆਪਣਾ, ਤੇ ਤੁਹਾਨੂੰ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ ਹੈ ਜੇ ਤੁਸੀਂ ਆਪਣੀ ਰਿਕੁਆਇਰਮੈਂਟ ਜਿਹੜੀ ਹੈਗੀ ਉਹ ਪੂਰੀ ਕਰਨੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਫਾਰਮ ਕੰਟੈਂਟ, ਸਭ ਤੋਂ ਪਹਿਲਾਂ ਕੰਟੈਂਟ ਦਾ ਪਤਾ ਲੱਗ ਗਿਆ ਨਾ। ਜਿੰਨੇ ਕੁਐਸਚਨ ਟਾਈਪ ਹੋ ਉਹਨਾਂ ਦਾ ਐਕੂਰੇਟਲੀ ਜਵਾਬ ਦੇਣਾ ਹੈ, ਮੇਨ ਪੁਆਇੰਟ ਉਹਨੂੰ ਐਕਸਪਲੇਨ ਕਰਨਾ ਹੈ, ਦੇਣੀ ਹੈ। ਦੈਨ ਉਹਦਾ ਰਿਜ਼ਲਟ ਲਿਖਣਾ। ਕੋਈ ਅਨਨੈਸੈਸਰੀ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਨਹੀਂ ਲਿਖਣੀ ਕਿ ਜੋ ਟੌਪਿਕ ਨਾਲ ਰਿਲੇਟ ਹੀ ਨਹੀਂ ਕਰਦੀ ਹੈਗੀ। ਨੈਕਸਟ ਫਾਰਮ ਦਾ ਮਤਲਬ ਕੀ ਹੁੰਦਾ ਕਿ ਤੁਹਾਡੀ ਇੰਟਰੋਡਕਸ਼ਨ ਹੋਣੀ ਚਾਹੀਦੀ ਹੈ, ਤੁਹਾਡੇ ਪ੍ਰੋਪਰ BP1 ਹੋਣਾ ਚਾਹੀਦਾ, BP2 ਹੋਣਾ ਚਾਹੀਦਾ, ਤੁਹਾਡਾ ਕਨਕਲੂਜਨ ਹੋਣਾ ਚਾਹੀਦਾ, ਜੋ ਤੁਹਾਡੀ ਵਰਡ ਲਿਮਿਟ ਹੈ 200 ਤੋਂ ਲੈ ਕੇ 300 ਦੇ ਵਿੱਚ ਹੋਣੀ ਚਾਹੀਦੀ ਹੈ। ਗ੍ਰਾਮਰ ਦੇ ਵਿੱਚ ਕੀ ਪ੍ਰੋਪਰ ਟੈਂਸਸ ਦਾ ਯੂਜ਼ ਕਰਨਾ ਹੈ ਤੁਸੀਂ, ਠੀਕ ਹੈ। ਆਰਟੀਕਲਸ ਲੱਗੇ ਹੋਣੇ ਚਾਹੀਦੇ ਆ, ਪ੍ਰੈਪੋਜੀਸ਼ਨਸ ਦਾ ਧਿਆਨ ਰੱਖਣਾ ਹੈ, ਤੇ ਮੇਨ ਪੰਚੁਏਸ਼ਨ ਦਾ ਧਿਆਨ ਰੱਖਣਾ। ਅਗਰ ਕੌਮਾ ਫੁੱਲ ਸਟਾਪ ਨਹੀਂ ਪਾਓਗੇ ਪੂਰਾ ਸੈਂਟੈਂਸ ਦਾ मीनिंग ਹੀ ਚੇਂਜ ਹੋ ਜਾਂਦਾ ਹੈ, ਠੀਕ ਹੈ ਜੀ। ਨੈਕਸਟ ਦੇਖੋ ਸਪੈਲਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਲਾਈਕ ਅ ਫਾਰਮ ਦੀ ਤਰ੍ਹਾਂ ਹੀ, ਠੀਕ ਹੈ ਜੀ। ਸਪੈਲਿੰਗ ਵੀ ਇੰਪੋਰਟੈਂਟ ਹੈ। ਅਗਰ ਸਪੈਲਿੰਗ ਗਲਤ ਕਰੋਗੇ ਵੋਕੈਬਲਰੀ ਦੇ ਵਿੱਚੋਂ ਜਾਣਗੇ, ਕੰਟੈਂਟ ਦੇ ਵਿੱਚੋਂ ਵੀ ਜਾਣਗੇ ਤੁਹਾਡੇ ਮਾਰਕਸ, ਠੀਕ ਹੈ ਜੀ। ਨੈਕਸਟ ਆ ਜਾਂਦੇ ਵੋਕੈਬਲਰੀ ਰੇਂਜ। ਇਹਦੇ ਵਿੱਚ ਕੀ ਹੁੰਦਾ ਹੈ ਬੱਚੇ ਕਿ ਤੁਸੀਂ ਕੀ ਕਰਨਾ ਹੈ, ਵੈਰਾਈਟੀ ਆਫ ਸੁਟੇਬਲ ਵਰਡਸ ਨੂੰ ਯੂਜ਼ ਕਰਨਾ ਹੈ, ਰੈਪੀਟੇਸ਼ਨ ਨਹੀਂ ਕਰਨੀ। ਕੋਈ ਵਰਡ ਆ ਜਿਵੇਂ ਸਟੂਡੈਂਟ ਆ, ਬਾਰ-ਬਾਰ ਸਟੂਡੈਂਟ ਨਹੀਂ ਲਿਖਣਾ। ਯੂ ਕੈਨ ਯੂਜ਼ ਲਰਨਰਸ, ਸਕੋਲਰਸ, ਪਿਊਪਿਲਸ, ਇਹ ਵਰਡ ਤੁਸੀਂ ਯੂਜ਼ ਕਰ ਸਕਦੇ ਹੈਗੇ, ਠੀਕ ਹੈ। ਉਸ ਤੋਂ ਬਾਅਦ ਤੁਸੀਂ ਪ੍ਰੀਸਾਈਜ਼ ਤੇ ਨੈਚੁਰਲ ਵੋਕੈਬਲਰੀ ਯੂਜ਼ ਕਰਨੀ ਹੈ ਜੋ ਮੈਚ ਕਰਦੀ ਹੈਗੀ ਆ ਤੁਹਾਡੇ ਐਸੇ ਦੇ ਨਾਲ, ਠੀਕ ਹੈ। ਨੈਕਸਟ ਇਹ ਚੀਜ਼ ਦਾ ਧਿਆਨ ਰੱਖਣਾ ਹੈ, ਜਨਰਲ ਲਿੰਗੁਇਸਟਿਕ ਰੇਂਜ। ਜਨਰਲ ਲਿੰਗੁਇਸਟਿਕ ਰੇਂਜ ਕੀ ਹੁੰਦੀ ਹੈ, ਧਿਆਨ ਦੇ ਨਾਲ ਦੇਖੋ। ਇਹਦੇ ਵਿੱਚ ਤੁਹਾਡਾ ਜੋ ਐਸੇ ਹੈਗਾ ਏ ਉਹਦੇ ਵਿੱਚ ਕੀ ਹੋਣਾ ਚਾਹੀਦਾ, ਮਿਕਸਚਰ ਆਫ ਸਿੰਪਲ, ਕੰਪਾਊਂਡ, ਕੰਪਲੈਕਸ ਸੈਂਟੈਂਸਸ ਹੋਣੇ ਚਾਹੀਦੇ ਆ। ਤੁਹਾਡਾ ਜੋ ਐਸੇ ਉਹਦੇ ਵਿੱਚ ਸਿੰਪਲ ਸੈਂਟੈਂਸ ਵੀ ਹੋਣੇ ਚਾਹੀਦੇ, ਉਹਦੇ ਵਿੱਚ ਕੰਪਲੈਕਸ ਵੀ ਹੋਣੇ ਚਾਹੀਦੇ ਆ, ਤੇ ਉਹਦੇ ਵਿੱਚ ਕੰਪਾਊਂਡ ਸੈਂਟੈਂਸ ਵੀ ਹੋਣੇ ਚਾਹੀਦੇ ਆ, ਠੀਕ ਆ। ਜਿਵੇਂ ਵੈਨ ਵਾਲਾ ਸੈਂਟੈਂਸ ਹੋ ਗਿਆ, ਇਫ ਵਾਲਾ ਸੈਂਟੈਂਸ ਹੋ ਗਿਆ, ਆਲਦੋ ਵਾਲਾ ਸੈਂਟੈਂਸ ਹੋ ਗਿਆ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਡਿਸਕਸ ਕਰਾਂਗੀ। ਇਹਦੇ ਤੋਂ ਬਾਅਦ ਆਪਾਂ ਇੱਕ ਰਾਈਟਿੰਗ ਟਾਸਕ 1 ਕਰਾਂਗੇ ਜੋ ਮੋਸਟਲੀ ਰਿਪੀਟਡ ਹੋ ਰਿਹਾ ਐਗਜ਼ਾਮ ਦੇ ਵਿੱਚ, ਤੇ ਉਹਨੂੰ ਕਿਸ ਤਰੀਕੇ ਦੇ ਨਾਲ ਆਪਾਂ ਕਿਸੇ ਵੀ ਐਸੇ ਨੂੰ ਪ੍ਰੀਸਾਈਜ਼ਲੀ ਲਿਖਣਾ ਹੈ ਜਿਹਦੇ ਨਾਲ ਆਪਣੇ 90 ਸਕੋਰ ਰਾਈਟਿੰਗ ਦੇ ਵਿੱਚ ਆ ਸਕਦੇ, ਆਪਣੀ ਰਾਈਟਿੰਗ ਇੰਪਰੂਵ ਹੋ ਸਕਦੀ, ਉਹ ਸਾਰਾ ਕੁਝ ਮੈਂ ਤੁਹਾਨੂੰ ਡਿਸਕਸ ਕਰਾਂਗੀ, ਠੀਕ ਹੈ ਜੀ। ਨੈਕਸਟ ਦੇਖੋ ਲਾਸਟ ਤੇ ਜੋ ਡਿਵੈਲਪਮੈਂਟ ਆ ਸਟਰਕਚਰ ਤੇ ਕੋਹਰੈਂਸ। ਹੁਣ ਇਹਦਾ ਮਤਲਬ ਕੀ ਹੁੰਦਾ ਹੈ ਕਿ ਜੋ ਤੁਹਾਡੇ ਆਈਡੀਆਜ਼ ਆ ਉਹ ਲੌਜੀਕਲੀ ਆਰਗੇਨਾਈਜ਼ਡ ਹੈਗੇ ਆ ਕਿ ਨਹੀਂ ਹੈਗੇ। ਜੋ ਈਚ ਪੈਰਾਗ੍ਰਾਫ ਆ ਉਹਦੇ ਵਿੱਚ ਉਹ ਸ਼ੁੱਡ ਕਨੈਕਟ ਹੋਣਾ ਚਾਹੀਦਾ ਸਮੂਥਲੀ ਵਿਦ ਦੀ ਨੈਕਸਟ। ਮਤਲਬ ਜੋ ਇੰਟਰੋਡਕਸ਼ਨ ਦੇ ਵਿੱਚ ਤੁਸੀਂ ਕਹੀ ਹੈ ਕਿ ਕੱਲ ਮੈਂ ਇਹ ਚੀਜ਼ ਨਾਲ ਐਗਰੀ ਆ, ਇਹ ਕਾਰਨਾਂ ਕਰਕੇ ਮੈਂ ਇਹਦੇ ਨਾਲ ਐਗਰੀ ਆ,
ਉਹੀ ਗੱਲ ਤੁਸੀਂ BP1 ਦੇ ਵਿੱਚ ਕਹਿ ਰਹੇ ਹੋ, ਉਹੀ ਗੱਲ ਤੁਸੀਂ BP2 ਦੇ ਵਿੱਚ ਕਹਿ ਰਹੇ ਹੋ ਕਿ ਜੋ ਕਨਕਲੂਜਨ ਲਿਖਿਆ ਹੈ ਉਹ BP1 ਟੂ ਇੰਟਰੋਡਕਸ਼ਨ ਨਾਲ ਰਿਲੇਟ ਕਰ ਰਿਹਾ ਕਿ ਨਹੀਂ। ਇਹ ਨਾ ਹੋਵੇ ਕਿ ਇੰਟਰੋਡਕਸ਼ਨ 'ਚ ਕੋਈ ਹੋਰ ਕਹਾਣੀ ਪਾਈ ਆ, BP ਦੇ ਬਾਰੇ ਕੋਈ ਹੋਰ ਸਟੋਰੀ ਸ਼ੁਰੂ ਕਰ ਲਈ ਆ, BP2 ਦੇ ਵਿੱਚ ਕੋਈ ਨਿਊ ਵਨ ਸਟੋਰੀ ਸ਼ੁਰੂ ਕਰ ਲਈ ਔਰ ਕਨਕਲੂਜਨ ਕਿਸੇ ਹੋਰ ਪਾਸੇ ਜਾ ਰਿਹਾ। ਇਹ ਇੱਕ ਤੁਹਾਡਾ ਡਿਵੈਲਪਮੈਂਟ ਸਟਰਕਚਰ ਕੋਹਰੈਂਸ ਨਹੀਂ ਹੋਊਗੀ ਵੀ ਤੁਹਾਡੇ ਮਾਰਕਸ ਕੱਟੇ ਜਾ ਸਕਦੇ। ਚੀਜ਼ ਦਾ ਧਿਆਨ ਰੱਖਣਾ ਹੈ, ਠੀਕ ਹੈ ਜੀ। ਇਹਦੇ ਨਾਲ ਕੀ ਹੈ ਕਿ ਤੁਹਾਡੇ ਆਈਡੀਆ ਜਿਹੜੇ ਉਹ ਫਲੋ ਦੇ ਵਿੱਚ ਜਾਣੇ ਚਾਹੀਦੇ, ਕਲੀਅਰ ਸੀਕੁਐਂਸ ਹੋਣਾ ਚਾਹੀਦਾ, ਲਿੰਕਿੰਗ ਵਰਡਸ ਹੋਣੇ ਚਾਹੀਦੇ ਇਫੈਕਟਿਵਲੀ, ਸੋ ਡੈਟ ਜੋ ਐਸੇ ਆ ਈਜ਼ੀ ਹੋਵੇ ਰੀਡ ਕਰਨਾ ਤੇ ਅੰਡਰਸਟੈਂਡ ਕਰਨਾ। ਸੋ ਓਵਰਆਲ ਮੈਂ ਤੁਹਾਨੂੰ ਇਹਦਾ ਬਹੁਤ ਈਜ਼ੀ ਤੇ ਸਿੰਪਲ ਵੇ ਦੇ ਨਾਲ ਦੱਸਦੀ ਆ ਕਿ ਜੋ ਤੁਹਾਡੀ ਇੰਟਰੋ ਆ ਬੱਚੇ, ਜੋ ਤੁਹਾਡੀ ਇੰਟਰੋ ਤੁਸੀਂ ਕਿਹਾ ਕਿ ਮੈਂ ਇਹਦੇ ਨਾਲ ਜਿਹੜਾ ਹੈਗਾ ਵਾ ਕੰਪਲੀਟਲੀ ਐਗਰੀ ਹੈਗੀ ਆ, ਉਹਦੇ ਕੀ ਰੀਜ਼ਨ ਕੀ ਆ ਉਹ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਹੀ ਦੱਸ ਦੇਣੇ ਕਿ ਇਸੇ ਰੀਜ਼ਨ ਕਰਕੇ ਮੈਂ ਇਹਦੇ ਨਾਲ ਐਗਰੀ ਆ। ਪਹਿਲੇ BP ਚ ਮੇਨ ਰੀਜ਼ਨ ਦੇਣਾ ਹੈ, ਫਿਰ ਉਹਨੂੰ ਐਕਸਪਲੇਨ ਕਰਨਾ ਹੈ, ਫਿਰ ਉਹਦੀ ਐਗਜ਼ਾਮਪਲ ਦੇਣੀ ਹੈ, ਠੀਕ ਹੈ। ਫਿਰ ਦੂਸਰੇ BP ਦੇ ਵਿੱਚ ਸੈਕਿੰਡ ਮੇਨ ਰੀਜ਼ਨ ਦੇਣਾ ਹੈ, ਉਹਨੂੰ ਐਕਸਪਲੇਨ ਕਰਨਾ ਹੈ, ਉਹਦੀ ਐਗਜ਼ਾਮਪਲ ਦੇਣੀ ਆ। ਫਿਰ ਕਨਕਲੂਜਨ ਦੇ ਵਿੱਚ ਕੋਈ ਐਕਸਟਰਾ ਪੁਆਇੰਟ ਨਹੀਂ ਬੱਚੇ ਦੇਣਾ ਹੈਗਾ, ਜੋ ਤੁਸੀਂ BP1 2 ਦੇ ਵਿੱਚ ਲਿਖਿਆ ਹੈ ਸੇਮ ਚੀਜ਼ਾਂ ਇਹਦੇ ਵਿੱਚ ਕਨਕਲੂਡ ਕਰ ਦੇਣੀਆਂ। ਇਹ ਹੋ ਗਿਆ ਤੁਹਾਡਾ ਪ੍ਰੋਪਰ ਡਿਵੈਲਪਡ ਸਟਰਕਚਰ ਕੋਹਰੈਂਸ, ਠੀਕ ਹੈ ਜੀ। ਅਗਰ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਰੀਜ਼ਨ ਕੁਝ ਹੋਰ ਦਿੱਤੇ ਆ, BP1 BP2 ਦੇ ਵਿੱਚ ਐਕਸਪਲੇਨ ਕੁਝ ਹੋਰ ਕੀਤਾ, ਉਹ ਪ੍ਰੋਪਰ ਥੋੜਾ ਸਮੂਥਲੀ ਐਸੇ ਨਹੀਂ ਹੋਊਗਾ, ਉਹ ਵੀ ਤੁਹਾਡੇ ਮਾਰਕਸ ਨੂੰ ਡਿਕਰੀਜ਼ ਕਰੇ, ਠੀਕ ਹੈ ਜੀ। ਹੁਣ ਆਪਾਂ ਇੱਕ ਵਾਰੀ ਨੂੰ ਓਵਰਆਲ ਦੇਖ ਲੈਂਦੇ ਆ, ਜਿਹੜੀ ਚੀਜ਼ ਦੀ ਨਹੀਂ ਸਮਝ ਲੱਗਦੀ ਮੈਨੂੰ ਪੁੱਛ ਲਿਓ। ਹੁਣ ਤੁਹਾਨੂੰ ਪਤਾ ਲੱਗ ਗਿਆ ਨਾ 7 ਟੀਚਰਸ ਕੌਣ ਆ ਜੋ ਤੁਹਾਡੇ ਐਸੇ ਨੂੰ ਚੈੱਕ ਕਰਦੇ ਆ, ਠੀਕ ਹੈ। ਫਟਾਫਟ ਤੁਸੀਂ ਮੈਨੂੰ ਕਮੈਂਟ ਦੇ ਵਿੱਚ, ਜਿਹਨੂੰ ਚੰਗੀ ਤਰੀਕੇ ਨਾਲ ਯਾਦ ਹੋ ਗਿਆ, ਫਟਾਫਟ ਮੈਨੂੰ ਕਮੈਂਟ ਕਰਕੇ ਦੱਸਿਓ ਕਿ 7 ਟੀਚਰਸ ਕਿਹੜੇ ਆ। ਮੂੰਹ ਜ਼ਬਾਨੀ ਫਟਾਫਟ ਕਮੈਂਟ ਕਰਕੇ ਦੱਸਿਓ ਪਹਿਲਾ ਟੀਚਰ ਕਿਹੜਾ ਹੈ, ਦੂਸਰਾ ਕਿਹੜਾ ਹੈ, ਤੀਸਰਾ ਕਿਹੜਾ, ਚੌਥਾ ਕਿਹੜਾ, ਪੰਜਵਾਂ ਕਿਹੜਾ, ਛੇਵਾਂ ਕਿਹੜਾ, ਸੱਤਵਾਂ ਕਿਹੜਾ ਹੈ। ਫਟਾਫਟ ਦੇਖੋ ਜੀ। ਪਹਿਲਾ ਕੰਟੈਂਟ ਕਲੀਅਰ ਹੈ, ਸੈਕਿੰਡ ਫਾਰਮ, थर्ड ग्रामर, then spelling, vocabulary range, general linguistic range, development structure and coherence। clearly पता लग गया कि ਤੁਹਾਡੀ ਰਾਈਟਿੰਗ ਕਿਸ ਕ੍ਰਾਈਟੇਰੀਆ ਤੇ ਚੈੱਕ ਹੋਣੀ ਆ, ਕਿਹੜਾ ਸਿਸਟਮ ਆ ਜੋ ਤੁਹਾਡੀ ਰਾਈਟਿੰਗ ਨੂੰ ਦੇਖ ਰਿਹਾ ਹੈ। ਇਹ 7 ਟੀਚਰਸ ਦੇਖ ਰਹੇ ਆ, ਜਿਨ੍ਹਾਂ ਚੋਂ 2 ਬਹੁਤ ਜ਼ਿਆਦਾ ਇੰਪੋਰਟੈਂਟ ਆ। ਸਭ ਤੋਂ ਪਹਿਲਾ ਫਾਰਮ ਤੁਹਾਡੀ ਪ੍ਰਿੰਸੀਪਲ ਆ। ਫਾਰਮ 0 ਸਾਡੀ 0 ਪ੍ਰਿੰਸੀਪਲ ਦੀ ਚੱਲੇਗੀ। ਅਗਰ ਪ੍ਰਿੰਸੀਪਲ ਨੇ ਮਨਾ ਕਰਤਾ ਕਿ ਨਹੀਂ ਇਹ ਐਸੇ ਨੂੰ ਐਕਸੈਪਟ ਨਹੀਂ ਕਰਨਾ, ਟੀਚਰਸ ਉਹ ਤੇ ਕੁਝ ਨਹੀਂ ਕਰ ਸਕਦੇ। ਦੂਸਰੇ ਵਾਇਸ ਪ੍ਰਿੰਸੀਪਲ ਕੌਣ ਹੈ, ਤੁਹਾਡੇ ਸਪੈਲਿੰਗ, ਕਿਉਂਕਿ ਜੋ ਤੁਹਾਡੇ ਸਪੈਲਿੰਗ ਗਲਤ ਹੁੰਦੇ ਆ ਤੁਹਾਡੀ ਵੋਕੈਬਲਰੀ ਵੀ ਘਟਦੀ ਹੈਗੀ ਆ ਤੇ ਤੁਹਾਡਾ ਕੰਟੈਂਟ ਵੀ ਘਟਦਾ ਹੈਗਾ, ਠੀਕ ਹੈ ਜੀ। ਲੱਗੀ ਇਹ ਚੀਜ਼ ਦੀ। ਹੁਣ ਆਪਾਂ ਐਸੇ ਕਰਦੇ ਹੈਗੇ ਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ, ਕਿਸ ਸਟਰਕਚਰ ਦੇ ਨਾਲ ਆਪਣੇ ਐਸੇ ਨੂੰ ਲਿਖਣਾ ਹੈ। ਦੇਖੋ ਜੀ, ਇਹ ਮੋਸਟ ਰਿਪੀਟਡ ਟਾਸਕ ਆ ਤੁਹਾਡੇ PT ਐਸੇ ਦੇ ਵਿੱਚ। ਇਹਨੂੰ ਧਿਆਨ ਦੇ ਨਾਲ ਸਮਝੋ, ਇਹਦੇ ਨਾਲ ਤੁਹਾਨੂੰ ਪਤਾ ਲੱਗੇਗਾ ਕਿ ਅਸੀਂ ਕਿਸ ਸਟਰਕਚਰ ਦੇ ਵਿੱਚ ਆਪਣੇ ਐਸੇ ਨੂੰ ਲਿਖਣਾ ਹੈ, ਤਾਂ ਜੋ ਸਾਡੇ 7 ਟੀਚਰਸ ਆ ਖੁਸ਼ ਹੋ ਜਾਣ ਤੇ ਸਾਨੂੰ ਸਕੋਰ ਦੇ ਦੇ, ਠੀਕ ਹੈ ਜੀ। ਸਭ ਤੋਂ ਪਹਿਲਾਂ ਦੇਖੋ, ਕਹਿੰਦੇ ਜੋ ਅਨਇੰਪਲੋਇਮੈਂਟ ਆ ਅਮੰਗ ਯੰਗ ਪੀਪਲ ਦੇ ਵਿੱਚ ਇਜ਼ ਅ ਸੀਰੀਅਸ ਪ੍ਰੋਬਲਮ। ਉਹ ਬਹੁਤ ਇੱਕ ਸੀਰੀਅਸ ਪ੍ਰੋਬਲਮ ਬਣ ਗਈ ਆ। ਵਨ ਸੋਲੂਸ਼ਨ ਹੈਜ਼ ਬੀਨ ਸੁਜੈਸਟਡ, ਇੱਕ ਸੋਲੂਸ਼ਨ ਦਿੱਤਾ ਜਾ ਰਿਹਾ। ਜੋ ਅਨਇੰਪਲੋਇਮੈਂਟ ਆ, ਜੋ ਬੇਰੁਜ਼ਗਾਰ ਆ, ਬਹੁਤ ਵੱਡੀ ਸਮੱਸਿਆ ਬਣ ਗਈ ਆ, ਠੀਕ ਹੈ, ਕਿਹਦੇ ਵਿੱਚ, ਯੰਗ ਪੀਪਲ ਦੇ ਵਿੱਚ। ਤੇ ਇੱਕ ਸੋਲੂਸ਼ਨ ਕੀ ਸੁਜੈਸਟ ਕੀਤਾ ਹੈ, ਟੂ ਸ਼ਾਰਟਨ ਦੀ ਵਰਕਿੰਗ ਵੀਕ। ਜੋ ਵਰਕਿੰਗ ਵੀਕ ਉਹ ਸ਼ਾਰਟ ਕਰ ਦੋ, ਮਤਲਬ ਜੋ 6-7 ਦਿਨ ਆਪਾਂ ਕੰਮ ਕਰਦੇ ਆ ਉਹਨੂੰ ਘਟਾ ਦੋ। ਹਫਤੇ 'ਚ ਆਪਾਂ 6 ਦਿਨ ਕੰਮ ਕਰਦੇ ਆ, 7ਵੇਂ ਦਿਨ ਆਪਾਂ ਨੂੰ ਛੁੱਟੀ ਹੁੰਦੀ ਹੈ, ਤੇ ਜੋ 6 ਦਿਨ ਆਪਾਂ ਕੰਮ ਕਰਦੇ ਹੋ ਉਹ ਵਰਕਿੰਗ ਵੀਕ ਨੂੰ ਕਹਿੰਦੇ ਸ਼ਾਰਟ ਕਰ ਦੋ। ਇਹਦੇ ਨਾਲ ਅਨਇੰਪਲੋਇਮੈਂਟ ਘਟ ਸਕਦਾ ਹੈ, ਮਤਲਬ ਇਹਦਾ ਜੌਬ ਓਪਰਚੁਨਿਟੀਜ਼ ਕਹਿੰਦੇ ਵੱਧ ਸਕਦੀਆਂ। ਹੁਣ ਦੇਖੋ ਧਿਆਨ ਦੇ ਨਾਲ, ਆਪਾਂ ਕਰ ਰਹੇ ਹਾਂ 6 ਦਿਨ ਕੰਮ, ਠੀਕ ਹੈ, ਉਹਨੂੰ ਘਟਾ ਦੋ, ਮਤਲਬ ਆਪਾਂ 3 ਦਿਨ ਕੰਮ ਕਰ ਰਹੇ ਹਾਂ। ਜਿੱਥੇ ਆਪਾਂ 6 ਦਿਨ ਕੰਮ ਕਰ ਰਹੇ ਸੀ, ਹੁਣ ਆਪਾਂ ਉੱਥੇ ਕਿੰਨੇ ਦਿਨ ਕੰਮ ਕਰ ਰਹੇ ਹਾਂ, ਆਪਾਂ 3 ਦਿਨ ਕੰਮ ਕਰ ਰਹੇ ਹਾਂ। ਬਾਕੀ 3 ਦਿਨ ਕੌਣ ਕਰਨਗੇ, ਉਹਦੇ ਲਈ ਕਹਿੰਦੇ ਜੋ ਨਿਊ ਯੰਗ ਜਨਰੇਸ਼ਨ ਆ ਉਹਨਾਂ ਨੂੰ ਓਪਰਚੁਨਿਟੀ ਮਿਲ ਜੇਗੀ ਕੰਮ ਕਰਨ ਦੀ, ਉਹਨਾਂ ਨੂੰ ਜੌਬ ਮਿਲ ਜੇਗੀ। ਤੇ ਇਹ ਇੱਕ ਤਰੀਕਾ ਦੱਸ ਰਿਹਾ ਕਿ ਜੇ ਆਪਾਂ ਜੋ ਵਰਕ ਵੀਕ ਡੇਜ਼ ਹੈਗੇ ਆ, ਵਰਕਿੰਗ ਵੀਕਸ ਹੈਗੇ, ਜੇ ਆਪਾਂ ਉਹਨਾਂ ਨੂੰ ਸ਼ਾਰਟ ਕਰ ਦਿੰਦੇ ਆ ਤੇ ਇਹਦੇ ਨਾਲ ਅਨਇੰਪਲੋਇਮੈਂਟ ਰਿਡਿਊਸ ਹੋ ਜਾਊਗਾ ਤੇ ਜੌਬ ਓਪਰਚੁਨਿਟੀਜ਼ ਵੱਧ ਜੇਗੀ। ਇਹ ਉਹਨਾਂ ਨੇ ਸੋਲੂਸ਼ਨ ਦਿੱਤਾ ਹੈ, ਠੀਕ ਹੈ ਜੀ। ਹੁਣ ਨੈਕਸਟ ਕੁਐਸਚਨ ਕੀ ਆਂਦਾ, ਜਿਨ੍ਹਾਂ ਦਾ ਆਪਾਂ ਜਵਾਬ ਦੇਣਾ। ਕੰਟੈਂਟ ਦਾ ਧਿਆਨ ਰੱਖਿਓ। ਪਹਿਲਾ ਕੁਐਸਚਨ ਕਹਿੰਦੇ, what do you think are the advantages and disadvantages? ਕਹਿੰਦੇ ਤੁਹਾਨੂੰ ਕੀ ਲੱਗਦਾ ਹੈ, ਕੀ ਫਾਇਦੇ ਆ ਤੇ ਇਹਦੇ ਕੀ ਨੁਕਸਾਨ। ਨੈਕਸਟ ਕਹਿੰਦੇ, do you think this policy should apply to just young workers or the whole workforce? ਕਹਿੰਦੇ ਤੁਹਾਨੂੰ ਕੀ ਲੱਗਦਾ ਹੈ, ਇਹ ਪਾਲਿਸੀ ਸਿਰਫ ਯੰਗ ਪੀਪਲ ਤੇ ਅਪਲਾਈ ਹੋਣੀ ਚਾਹੀਦੀ ਹੈ ਕਿ ਜਾਂ ਸਾਰੀ ਵਰਕ ਫੋਰਸ, ਮਤਲਬ ਸਾਰੇ ਵਰਕਰਸ ਤੇ ਅਪਲਾਈ ਹੋਣੀ ਚਾਹੀਦੀ ਹੈ, ਵੈਦਰ ਕਿ ਉਹ ਯੰਗ ਆ ਜਾਂ 올ਡ ਆ।
ठीक है जी। ਹੁਣ ਚੰਗੀ ਤਰੀਕੇ ਨਾਲ ਸਟੇਟਮੈਂਟ ਦੀ ਸਮਝ ਲੱਗ ਗਈ। ਅਨਇੰਪਲੋਇਮੈਂਟ ਇੱਕ ਮੇਜਰ ਪ੍ਰੋਬਲਮ ਆ, ਠੀਕ ਆ, ਤੇ ਉਹਦਾ ਸੋਲੂਸ਼ਨ ਕੀ ਦਿੱਤਾ ਹੈ, ਵੀਕਡੇ ਤੁਸੀਂ ਰਿਡਿਊਸ ਕਰ ਦਿਓ। ਕੁਐਸਚਨ ਕੀ ਪੁੱਟ ਕੀਤਾ ਹੈ, ਐਡਵਾਂਟੇਜ ਦੱਸੋ ਤੇ ਇਹਦੇ ਸਾਨੂੰ ਡਿਸਐਡਵਾਂਟੇजेस ਦੱਸ ਦਿਓ, ਠੀਕ ਆ। ਉਸ ਤੋਂ ਬਾਅਦ ਉਹ ਸਾਨੂੰ ਕੀ ਕਹਿ ਰਹੇ ਆ, ਉਸ ਤੋਂ ਬਾਅਦ ਉਹ ਸਾਨੂੰ ਇਹ ਚੀਜ਼ ਕਹਿ ਰਹੇ ਹੈਗੇ ਆ ਕਿ ਜੋ ਇਹ ਪਾਲਿਸੀ ਹੈਗੀ ਆ ਉਹ ਯੰਗ ਪੀਪਲ ਤੇ ਅਪਲਾਈ ਹੋਣੀ ਚਾਹੀਦੀ ਆ ਜਾਂ ਪੂਰੀ ਵਰਕਫੋਰਸ ਤੇ ਅਪਲਾਈ ਹੋਣੀ ਚਾਹੀਦੀ ਆ, ਠੀਕ ਆ। ਸਭ ਤੋਂ ਪਹਿਲਾਂ ਆਪਾਂ ਇਹਦੇ ਐਡਵਾਂਟੇਜ ਤੇ ਡਿਸਐਡਵਾਂਟੇਜ ਡਿਸਕਸ ਕਰਾਂਗੇ। ਫਾਇਦੇ ਕੀ ਹੋਣਗੇ? ਫਾਇਦਾ ਤਾਂ ਪਹਿਲਾਂ ਇਹੀ ਚੀਜ਼ ਹੋਊਗੀ ਕਿ ਚਲੋ ਜੋ ਜੌਬ ਓਪਰਚੁਨਿਟੀਜ਼ ਉਹ ਕ੍ਰੀਏਟ ਹੋ ਜਾਣਗੀਆਂ, ਹਨਾ। ਕਿਵੇਂ ਕ੍ਰੀਏਟ ਹੋਣਗੇ ਨੂੰ ਆਪਾਂ ਐਕਸਪਲੇਨ ਕਰਾਂਗੇ। ਦੇਖੋ ਆਪਾਂ ਕਿਹਾ ਜਦੋਂ ਜੋ ਵਰਕਿੰਗ ਵੀਕ ਆ ਘਟਾ ਦਿੱਤੇ ਜਾਣਗੇ, ਠੀਕ ਹੈ, ਫਿਰ ਕੰਪਨੀ ਨੂੰ ਜ਼ਰੂਰਤ ਪਏਗੀ ਕਿ ਉਹ ਐਡੀਸ਼ਨਲ ਸਟਾਫ ਹਾਇਰ ਕਰੇ। ਤੇ ਜਦੋਂ ਐਡੀਸ਼ਨਲ ਸਟਾਫ ਹਾਇਰ ਕਰੇਗਾ ਤੇ ਜੋ ਬੇਰੁਜ਼ਗਾਰ ਲੋਕ ਆ ਉਹਨਾਂ ਨੂੰ ਜੌਬਸ ਮਿਲ ਜਾਣਗੀਆਂ ਤੇ ਇਹਦੇ ਨਾਲ ਆਟੋਮੈਟਿਕਲੀ ਜੋ ਜੌਬ ਓਪਰਚੁਨਿਟੀਜ਼ ਉਹ ਵੱਧ ਜਾਣਗੀਆਂ। ਤੇ ਜਿਹੜੇ ਲੋਕ ਪੂਰਾ ਵੀਕ ਆਪਣੇ ਕੰਮ ਨੂੰ ਹੀ ਦਿੰਦੇ ਸੀ, ਈਵਨ ਵੀਕਐਂਡਸ ਵੀ ਆਪਣੇ ਵਰਕਲੋਡ ਕਰਕੇ ਆਪਣੇ ਕੰਮ ਤੇ ਹੀ ਸਪੈਂਡ ਕਰਦੇ ਸੀ, ਉਹਨਾਂ ਨੂੰ ਥੋੜਾ ਟਾਈਮ ਮਿਲ ਜਾਏਗਾ ਰਿਲੈਕਸ ਹੋਣ ਦਾ ਤੇ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ, ਜੋ ਕਿ ਉਹਨਾਂ ਦੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਦੋਵਾਂ ਚ ਗਰੋਥ ਲੈ ਕੇ ਆਏਗੀ, ਠੀਕ ਹੈ। ਦੂਸਰੀ ਸਾਈਡ ਆਪਾਂ ਕਵਾਂਗੇ ਕਿ ਜੇ ਵਰਕਿੰਗ ਵੀਕ ਸ਼ਾਰਟ ਕਰ ਦਿੱਤੇ ਜਾਂਦੇ ਤੇ ਕੰਪਨੀ ਤੋਂ ਬਹੁਤ ਵੱਡਾ ਨੁਕਸਾਨ ਹੋਏਗਾ। ਕਿਉਂ ਨੁਕਸਾਨ ਹੋਏਗਾ? ਦੇਖੋ ਹੁਣ ਦੇਖੋ ਸਭ ਤੋਂ ਵੱਡਾ ਨੁਕਸਾਨ ਕੀ ਹੋਏਗਾ ਕੰਪਨੀ ਨੂੰ? ਅਗਰ ਕੋਈ ਬੰਦਾ ਉੱਥੇ 2 ਸਾਲ ਤੋਂ 3 ਸਾਲ ਤੋਂ 4 ਸਾਲ ਤੋਂ ਕੰਮ ਕਰ ਰਿਹਾ, ਆਲਰੇਡੀ ਫੈਮਿਲੀਅਰ ਹੋ ਗਿਆ ਵਰਕਿੰਗ ਇਨਵਾਇਰਨਮੈਂਟ ਦੇ ਨਾਲ, ਠੀਕ ਹੈ ਜੀ, ਉਹ ਵਰਕਿੰਗ ਇਨਵਾਇਰਨਮੈਂਟ ਨਾਲ ਫੈਮਿਲੀਅਰ ਸਮੂਥਲੀ ਕੰਮ ਕਰ ਸਕਦਾ। ਬਟ ਜੇ ਸ਼ਾਰਟ ਕਰ ਦਿੰਦੇ ਆ ਵਰਕਿੰਗ ਵੀਕ, ਉਹਨੂੰ ਨਿਊ ਸਟਾਫ ਹਾਇਰ ਕਰਨ ਦੀ ਜ਼ਰੂਰਤ ਪਏਗੀ, ਉਹਨੂੰ ਟ੍ਰੇਨਿੰਗ ਵੀ ਦੇਣੀ ਪਏਗੀ, ਈਵਨ ਐਕਸਟਰਾ ਕਾਸਟ ਆਏਗੀ ਕੰਪਨੀ ਦੇ ਲਈ। ਤੇ ਕਿਤੇ ਨਾ ਕਿਤੇ ਕੰਪਨੀ ਦੀ ਜੋ ਕੰਟੀਨਿਊ ਆਪਰੇਸ਼ਨ ਆ, ਪ੍ਰੋਡਕਟਿਵਿਟੀ ਹੈਗੀ ਆ, ਉਹ ਘਟ ਸਕਦੀ ਆ। ਤੇ ਜਦੋਂ ਕੰਪਨੀ ਦੀ ਪ੍ਰੋਡਕਟਿਵਿਟੀ ਘਟੇਗੀ ਤੇ ਕੰਪਨੀ ਨੂੰ ਨੁਕਸਾਨ ਹੋ ਸਕਦਾ ਹੈ, ਉਹਦੀ ਸੇਲ ਘਟ ਸਕਦੀ ਹੈ ਕੰਪਨੀ, ਠੀਕ ਹੈ ਜੀ। ਇਹ ਕੰਪਨੀ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਸ਼ਾਰਟ ਵਰਕਿੰਗ ਵੀਕ ਦੇ ਵਿੱਚ। ਜਿਵੇਂ ਆਪਾਂ ਕਹਿ ਸਕਦੇ ਐਗਜ਼ਾਮਪਲ ਦੇ ਸਕਦੇ ਹਾਂ, ਜਿਵੇਂ ਹੈਲਥ ਕੇਅਰ ਹੋ ਗਿਆ, ਮੈਨੂਫੈਕਚਰਿੰਗ ਇੰਡਸਟਰੀਜ਼ ਹੋ ਗਈਆਂ, ਇਹਦੇ ਵਿੱਚ ਕੰਟੀਨਿਊ ਆਪਰੇਸ਼ਨ ਚਾਹੀਦਾ ਹੈ ਕਿਉਂਕਿ ਲੋਕਾਂ ਨੂੰ ਟ੍ਰੇਨਿੰਗ ਚਾਹੀਦੀ ਹੈ ਉਹਨਾਂ ਚੀਜ਼ਾਂ ਨਾਲ ਫੈਮਿਲੀਅਰ ਹੋਣ ਦੇ ਲਈ। ਤੇ ਇਹਦੇ ਵਿੱਚ ਜੋ ਵਰਕਿੰਗ ਵੀਕ ਜੇ ਸ਼ਾਰਟ ਹੋ ਜਾਂਦੇ ਆ ਤੇ ਕੰਟੀਨਿਊ ਆਪਰੇਸ਼ਨ ਦੇ ਵਿੱਚ ਕਾਫੀ ਸਾਰੀਆਂ ਜੋ ਰੁਕਾਵਟਾਂ ਹੋਣਗੀਆਂ, ਠੀਕ ਹੈ ਜੀ। ਹੁਣ ਸਭ ਤੋਂ ਪਹਿਲਾਂ ਆਪਾਂ ਇੰਟਰੋਡਕਸ਼ਨ ਬਣਾਉਣੇ ਆ ਕਿ ਆਪਾਂ ਇੰਟਰੋਡਕਸ਼ਨ ਕਿੱਦਾਂ ਲਿਖ ਸਕਦੇ ਤੇ ਇਹਦੇ ਵਿੱਚ ਮੈਂ ਟੈਂਪਲੇਟਸ ਨੂੰ ਕਿੱਦਾਂ ਫਿਟ ਕੀਤਾ ਕਿ ਕੱਲ ਨੂੰ ਤੁਸੀਂ ਕਿੱਦਾਂ ਬਣਾ ਸਕਦੇ ਹੋ, ਠੀਕ ਹੈ ਜੀ। ਸਭ ਤੋਂ ਪਹਿਲਾਂ ਦੇਖੋ ਧਿਆਨ ਦੇ ਨਾਲ, ਮੈਂ ਕਿਹਾ ਨਾਊਅਡੇਜ਼ ਜੋ ਯੂਥ ਅਨਇੰਪਲੋਇਮੈਂਟ ਆ ਹੈਜ਼ ਬਿਕਮ ਅ ਮੇਜਰ ਕੰਸਰਨ, ਮਤਲਬ ਮੇਜਰ ਪ੍ਰੋਬਲਮ ਬਣ ਗਿਆ ਹੈ ਇਨ ਮੈਨੀ ਕੰਟਰੀਜ਼ ਦੇ ਵਿੱਚ। ਇਹਨੂੰ ਤੁਸੀਂ ਦੋ ਤਰੀਕੇ ਨਾਲ ਲਿਖ ਸਕਦੇ ਹੋ, ਜਾਂ ਤੁਸੀਂ ਸਿਨੋਨੀਅਮ ਐਡ ਕਰ ਲਓ ਜਾਂ ਆਪਣੀ ਵਰਡਿੰਗ ਦੇ ਵਿੱਚ ਚੇਂਜ ਕਰ ਲਓ। ਮੈਂ ਇਦਾਂ ਵੀ ਲਿਖ ਸਕਦੀ ਹਾਂ ਅਨਇੰਪਲੋਇਮੈਂਟ ਅਮੰਗ ਯੰਗ ਪੀਪਲ, ਲਿਖੇ ਤਾਂ ਮੈਂ ਇੱਥੇ ਲਿਖ ਦੂੰਗੀ ਯੰਗਸਟਰ ਇਜ਼ ਅ ਸੀਰੀਅਸ ਪ੍ਰੋਬਲਮ, ਮੈਂ ਇੱਥੇ ਲਿਖ ਦੂੰਗੀ ਮੇਜਰ ਪ੍ਰੋਬਲਮ। ਇਦਾਂ ਵੀ ਮੇਰੀ ਰੀਫਰੇਜ਼ਿੰਗ ਹੋ ਸਕਦੀ ਹੈ, ਠੀਕ ਹੈ ਨਾ। ਬਿਲਕੁਲ ਕੋਈ ਜ਼ਿਆਦਾ ਨਹੀਂ ਕਿ ਤੁਸੀਂ ਹਾਈ ਲੈਵਲ ਦੀ ਵੋਕੈਬਲਰੀ ਲਿਖਣੀ ਹੈ, ਸਿੰਪਲ ਰੀਫਰੇਜ਼ਿੰਗ ਕਰ ਸਕਦੇ ਹੋ। ਇਹ ਵੀ ਈਜ਼ੀ ਹੈ ਕਿ ਜੋ ਯੂਥ ਅਨਇੰਪਲੋਇਮੈਂਟ ਹੈਜ਼ ਬਿਕਮ ਬਣ ਚੁੱਕਾ ਇੱਕ ਮੇਜਰ ਕੰਸਰਨ, ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ ਮੈਨੀ ਕੰਟਰੀਜ਼ ਦੇ ਵਿੱਚ। ਨੈਕਸਟ ਆਪਾਂ ਕਿਹਾ ਕਿ ਸਮ ਪੀਪਲ ਬਲੀਵ ਦੈਟ, ਹੁਣ ਉਹਨਾਂ ਨੇ ਜੋ ਸੁਜੈਸਸ਼ਨ ਦਿੱਤਾ ਸੀ, ਕੁਝ ਲੋਕਾਂ ਨੇ ਇਹੀ ਸੁਜੈਸਸ਼ਨ ਕੀਤਾ ਸੀ ਕਿ ਤੁਸੀਂ ਸ਼ਾਰਟਨ ਕਰ ਦਿਓ ਵਰਕਿੰਗ ਵੀਕ, ਤੇ ਇਹਦੇ ਨਾਲ ਕੀ ਹੋਊਗਾ, ਅਨਇੰਪਲੋਇਮੈਂਟ ਰਿਡਿਊਸ ਹੋ ਜਾਊਗਾ ਤੇ ਹੋਊਗਾ ਕਿ ਜੌਬ ਓਪਰਚੁਨਿਟੀਜ਼ ਵੱਧ ਜਾਣਗੀਆਂ। ਤੇ ਮੈਂ ਕਿਹਾ ਸਮ ਪੀਪਲ ਬਲੀਵ ਕਰਦੇ ਆ ਕਿ ਸ਼ਾਰਟਨ ਦੀ ਵਰਕਿੰਗ ਵੀਕ ਜਿਹੜੀ ਆ ਕੈਨ ਕ੍ਰੀਏਟ ਕਰ ਸਕਦੀਆਂ ਹੈ ਮੋਰ ਜੌਬ ਓਪਰਚੁਨਿਟੀਜ਼, ਠੀਕ ਹੈ। ਇਹ ਮੇਰੀ ਹੋਗੀ ਰੀਫਰੇਜ਼ਿੰਗ, ਠੀਕ ਹੈ। ਨੈਕਸਟ ਮੈਂ ਇੱਕ ਟੈਂਪਲੇਟ ਦੀ ਲਾਈਨ ਲਿਖੀ ਜੋ ਕਿ ਹਰੇਕ ਤੁਹਾਡੇ ਐਸੇ ਦੇ ਵਿੱਚ ਫਿੱਟ ਪੈ ਸਕਦੇ ਨੇ। ਤੁਸੀਂ ਨੈਕਸਟ ਲਿਖ ਦੇਣਾ ਐਂਡ ਇਟ ਹੈਜ਼ ਅ ਸਿਗਨੀਫੀਕੈਂਟ ਇਨਫਲੂਐਂਸ ਹੈਗਾ ਹੈ ਔਨ ਬੋਥ ਇੰਡੀਵਿਜੂਅਲਸ ਤੇ ਐਂਡ ਸੁਸਾਇਟੀ ਤੇ। ਤੇ ਇਹਦੇ ਕੀ ਹੈਗੇ, ਸਿਗਨੀਫੀਕੈਂਟ ਇਨਫਲੂਐਂਸ ਹੈਗੇ ਆ, ਚੰਗੇ ਪ੍ਰਭਾਵ ਹੈਗੇ ਆ, ਇੰਡੀਵਿਜੂਅਲ ਤੇ ਵੀ ਹੈਗੇ ਆ ਤੇ ਸੁਸਾਇਟੀ ਤੇ ਵੀ ਹੈਗੇ। ਨੈਕਸਟ ਆਪਾਂ ਕੀ ਦੱਸਣੀ, ਐਡਵਾਂਟੇਜ ਤੇ ਡਿਸਐਡਵਾਂਟੇਜ। ਉਹ ਵੀ ਟੈਂਪਲੇਟ ਦੀ ਲਾਈਨ ਪੱਕੀ ਯਾਦ ਕਰ ਲਓਗੇ, ਤੁਹਾਨੂੰ ਐਡਵਾਂਟੇਜ ਐਂਡ ਡਿਸਐਡਵਾਂਟੇਜ ਵਾਲਾ ਆਉਂਦਾ, ਇਹੀ ਸੇਮ ਲਾਈਨ ਤੁਸੀਂ ਲਿਖ ਦੇਣੀ ਆ। This essay will discuss the advantages and disadvantages of this idea। ਤੇ ਜੋ ਸਾਨੂੰ ਆਈਡੀਆ ਦਿੱਤਾ ਗਿਆ ਹੈ ਇਹ ਐਸੇ ਉਹਦੇ ਐਡਵਾਂਟੇजेस ਐਂਡ ਡਿਸਐਡਵਾਂਟੇਜ ਜਿਹੜੀਆਂ ਹੈਗੀਆਂ ਉਹ ਡਿਸਕਸ ਕਰੇਗਾ। ਨੈਕਸਟ ਜੋ ਲਾਸਟ ਆਪਾਂ ਨੂੰ ਉਹਨਾਂ ਨੇ ਆਹ ਵਾਲਾ ਕੁਐਸਚਨ ਪੁੱਟ ਕੀਤਾ ਸੀ ਨਾ, ਹੁਣ ਆਪਾਂ ਇਹਦਾ ਜਵਾਬ ਦੇਣਾ ਹੈ, ਠੀਕ ਹੈ ਜੀ। ਜੇ ਆਪਾਂ ਨਹੀਂ ਦਵਾਂਗੇ ਆਪਣੇ ਕੰਟੈਂਟ ਚੋਂ ਮਾਰਕਸ ਘੱਟ ਹੋ ਜਾਣੇ ਆ, ਠੀਕ ਹੈ। ਇਹ ਚੀਜ਼ਾਂ ਖਾਸ ਧਿਆਨ ਰੱਖਿਓ। ਆਪਾਂ ਕਿਹਾ ਇਨ ਮਾਈ ਓਪੀਨੀਅਨ, ਹੁਣ ਮੇਰੇ ਅਕੋਰਡਿੰਗ ਮੈਨੂੰ ਕੀ ਲੱਗਦਾ ਕਿ ਸਾਰਿਆਂ ਤੇ ਅਪਲਾਈ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ। ਤੇ ਮੈਂ ਕਿਹਾ ਦਿਸ ਪਾਲਿਸੀ ਸ਼ੁੱਡ ਅਪਲਾਈ ਟੂ ਇੰਟਾਇਰ ਵਰਕਫੋਰਸ, ਪੂਰੀ ਇੰਟਾਇਰ ਮਤਲਬ ਸਾਰੀ ਵਰਕਫੋਰਸ ਤੇ ਅਪਲਾਈ ਹੋਣੀ ਚਾਹੀਦੀ ਹੈ, ਰੈਦਰ ਦੈਨ ਓਨਲੀ ਯੰਗ ਵਰਕਰਸ। ਸਿਰਫ ਯੰਗ ਵਰਕਰਸ ਦੀ ਬਜਾਏ ਇਹ ਸਾਰੀ ਵਰਕਫੋਰਸ ਤੇ ਅਪਲਾਈ ਹੋਣੀ ਚਾਹੀਦੀ। ਤਾਂ ਬਹੁਤ ਈਜ਼ੀ, ਇਹਦੇ ਵਿੱਚੋਂ ਹੀ ਤੁਸੀਂ ਬਣਾ ਸਕਦੇ ਹੋ। ਆਈ ਬਲੀਵ ਦੈਟ ਦਿਸ ਪਾਲਿਸੀ ਸ਼ੁੱਡ ਅਪਲਾਈ, ਠੀਕ ਹੈ, should apply whole workforce instead of
ਯੰਗ ਵਰਕਰਸ, ਠੀਕ ਹੈ। ਇਹਦੇ ਵਿੱਚੋਂ ਹੀ ਤੁਸੀਂ ਆਰਾਮ ਨਾਲ ਬਣਾ ਲੈਣੀ ਹੈ। ਸਿਰਫ ਤੁਸੀਂ ਇਹੀ ਚੀਜ਼ ਦੱਸਣੀ ਆ ਕਿ ਇਹ ਸਾਰਿਆਂ ਤੇ ਅਪਲਾਈ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਸਿਰਫ ਇੰਨਾ ਕੁ ਤੁਸੀਂ ਬੋਲਣਾ ਹੈ ਤੇ ਇਹਦੇ ਨਾਲ ਤੁਹਾਡੇ ਕੰਟੈਂਟ ਚੋਂ ਮਾਰਕਸ ਜਿਹੜੇ ਇਨਕਰੀਜ਼ ਹੋ ਜਾਣਗੇ। ਇੰਟਰੋਡਕਸ਼ਨ ਸਮਝ ਲੱਗੀ ਹੁਣ ਤੁਸੀਂ ਕਿੱਦਾਂ ਲਿਖਣਾ ਹੈ। ਸਭ ਤੋਂ ਪਹਿਲਾਂ ਤੁਸੀਂ ਇਹ ਜੋ ਇੰਟਰੋਡਕਸ਼ਨ ਨੂੰ ਪ੍ਰੋਪਰਲੀ ਰੀਫਰੇਜ਼ ਕਰਨਾ ਹੈ, ਸਿੰਪਲ ਤੋਂ ਸਿੰਪਲ ਵਰਡਿੰਗ ਦੇ ਵਿੱਚ ਕਰ ਸਕਦੇ ਹੈਗੇ ਹੋ। ਫਿਰ ਤੁਸੀਂ ਇੱਕ ਫਿਕਸ ਲਾਈਨ ਲਿਖ ਦੇਣੀ, ਦਿਸ ਹੈਜ਼ ਅ ਸਿਗਨੀਫੀਕੈਂਟ ਇਨਫਲੂਐਂਸ ਔਨ ਬੋਥ ਇੰਡੀਵਿਜੂਅਲ ਐਂਡ ਸੋਸਾਇਟੀ ਤੇ ਹੈਗੇ ਆ। ਫਿਰ ਜੋ ਉਹਨਾਂ ਨੇ ਤੁਹਾਨੂੰ ਪੁੱਛਿਆ ਗਿਆ ਹੈ ਉਹਦੀ ਤੁਸੀਂ ਫਿਕਸ ਥੀਸਿਸ ਲਾਈਨ ਲਿਖ ਦੇਣੀਆਂ ਹੈਗੀਆਂ। ਉਸ ਤੋਂ ਬਾਅਦ ਜੇ ਤੁਹਾਨੂੰ ਉਹਨਾਂ ਨੇ ਐਕਸਟਰਾ ਕੋਈ ਕੁਐਸਚਨ ਪੁੱਟ ਕੀਤਾ ਹੈਗਾ ਉਹਦਾ ਤੁਸੀਂ ਜਵਾਬ ਦੇ ਦੇਣਾ ਹੈ। ਇੱਥੋਂ ਤੁਹਾਡੀ ਇੰਟਰੋਡਕਸ਼ਨ ਜਿਹੜੀ ਹੈ ਬਿਲਕੁਲ ਕੰਪਲੀਟ ਹੋ ਗਈ ਹੈ, ਠੀਕ ਹੈ ਜੀ। ਹੁਣ ਆਪਾਂ ਇਸ ਤੋਂ ਬਾਅਦ ਕਰਦੇ ਹਾਂ BP1। ਆਪਾਂ ਕਰਦੇ ਹਾਂ BP1। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਟੈਂਪਲੇਟਸ ਦੀਆਂ ਲਾਈਨ ਇਹਦੇ ਵਿੱਚ ਮੈਂ ਕੀ ਲਿਖੀ ਹੈ। ਜੋ ਮੈਂ ਰੈੱਡ ਮਾਰਕ ਕਰੂੰਗੀ ਉਹ ਟੈਂਪਲੇਟਸ ਦੀਆਂ ਲਾਈਨਸ ਹੋਣਗੀਆਂ, ਜੋ ਮੈਂ ਗ੍ਰੀਨ ਮਾਰਕ ਕਰੂੰਗੀ ਉਹ ਕੀ ਹੋਊਗਾ, ਤੁਹਾਡਾ ਕੰਟੈਂਟ ਹੋਊਗਾ ਜੋ ਤੁਸੀਂ ਵਿੱਚ ਐਡ ਕੀਤਾ ਹੈ, ਠੀਕ ਹੈ ਜੀ। ਹੁਣ ਮੈਂ ਕਿਹਾ ਔਨ ਦੀ ਵਨ ਹੈਂਡ, ਜਦੋਂ ਵੀ ਤੁਹਾਨੂੰ ਐਡਵਾਂਟੇਜ ਐਂਡ ਡਿਸਐਡਵਾਂਟੇਜ ਵਾਲਾ ਆਉਂਦਾ ਤੁਸੀਂ ਦੋਨੋਂ ਕਨੈਕਟਰ BP1 BP2 ਦੇ ਡਿਫਰੈਂਟ ਰੱਖਣੇ ਆ, ਔਨ ਦੀ ਵਨ ਹੈਂਡ ਔਨ ਦੀ ਅਦਰ ਹੈਂਡ। ਅਗਰ ਡਿਸਕਸ ਬੋਥ ਵੀ ਆਉਂਦਾ ਤਾਂ ਵੀ ਤੁਸੀਂ ਸੇਮ ਹੀ ਕਨੈਕਟਰ ਰੱਖਣੇ, ਔਨ ਦੀ ਵਨ ਹੈਂਡ ਔਨ ਦੀ ਅਨਦਰ ਹੈਂਡ, ਜੇ ਤੋਂ ਇਹ ਪਤਾ ਲੱਗਦਾ ਕਿ ਜਿਹਦੇ ਤੋਂ ਇਹ ਪਤਾ ਲੱਗ ਜਾਏ ਕਿ ਪਹਿਲਾ BP ਦੂਸਰੇ BP ਤੋਂ ਡਿਫਰੈਂਟ, ਠੀਕ ਹੈ। ਮੈਂ ਕਿਹਾ ਔਨ ਦੀ ਵਨ ਹੈਂਡ ਜੋ ਸ਼ਾਰਟਨਿੰਗ ਦੀ ਵਰਕਿੰਗ ਵੀਕਸ ਆ, ਜਿਹੜੀ ਵੀ ਚੀਜ਼ ਦੇ ਤੁਸੀਂ ਡਿਸਐਡਵਾਂਟੇਜ ਦੱਸਣੇ ਉਹਦਾ ਨੇਮ ਲਿਖ ਦੇਣਾ ਹੈ, ਠੀਕ ਹੈ। ਸ਼ਾਰਟਨਿੰਗ ਦੀ ਵਰਕਿੰਗ ਵੀਕ ਕੀ ਆਫਰ ਕਰਦਾ ਹੈ, ਸੈਵਰਲ ਸਿਗਨੀਫੀਕੈਂਟ ਬੈਨੀਫਿਟਸ ਦਿੰਦਾ ਹੈਗਾ ਹੈ, ਬਟ ਦੀ ਪ੍ਰੀਡੋਮੀਨੈਂਟ ਵਨ ਇਜ਼ ਦੈਟ, ਪਰ ਸਭ ਤੋਂ ਪ੍ਰਮੁੱਖ ਫਾਇਦਾ ਕੀ ਹੈਗਾ ਹੈ ਉਹ ਆਪਾਂ ਕੰਟੈਂਟ ਦੀ ਲਾਈਨ ਲਿਖਾਂਗੇ ਕਿ ਕੀ ਫਾਇਦਾ ਹੈ। ਇਟ ਮੇ ਹੈਲਪ ਕ੍ਰੀਏਟ ਮੋਰ ਜੌਬ ਓਪਰਚੁਨਿਟੀਜ਼ ਫॉर ਯੰਗ ਪੀਪਲ। ਆਪਾਂ ਕਿਹਾ ਇਹ ਸ਼ਾਇਦ ਹੈਲਪ ਕਰ ਸਕਦਾ ਹੈ, ਬਹੁਤ ਸਾਰੀਆਂ ਜੌਬ ਓਪਰਚੁਨਿਟੀਜ਼ ਕ੍ਰੀਏਟ ਕਰ ਸਕਦਾ ਹੈ ਯੰਗ ਪੀਪਲ ਦੇ ਲਈ। ਫਿਰ ਉਹ ਕਹਿੰਦੇ ਕਿਵੇਂ, ਇਹ ਕਿਵੇਂ ਜੋ ਹੈਗਾ ਵਾ ਓਪਰਚੁਨਿਟੀਜ਼ ਕ੍ਰੀਏਟ ਕਰੇਗਾ ਯੰਗ ਪੀਪਲ ਦੇ ਲਈ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਦੋਂ ਤੁਸੀਂ ਮੇਨ ਪੁਆਇੰਟ ਦੇਣਾ ਹੈ ਉਹਨੂੰ ਫਰਦਰ ਤੁਸੀਂ ਕਲੀਅਰਲੀ ਐਕਸਪਲੇਨ ਕਰਨਾ ਤੇ ਇਨ ਅਦਰ ਵਰਡਸ ਦਾ ਮਤਲਬ ਹੁੰਦਾ ਕਿ ਦੂਜੇ ਸ਼ਬਦਾਂ 'ਚ ਪੁਆਇੰਟ ਨੂੰ ਚੰਗੀ ਤਰੀਕੇ ਦੇ ਨਾਲ ਆਪਾਂ ਕਲੀਅਰ ਕਰਦੇ ਆ। ਤੇ ਆਪਾਂ ਇਨ ਅਦਰ ਵਰਡ ਜਿਹੜਾ ਆਪਣਾ ਟੈਂਪਲੇਟ ਦੀ ਜਿਹੜੀ ਇੱਕ ਕਨੈਕਟਰ ਸੀ ਉਹ ਆਪਾਂ ਲਾਇਆ। ਨੈਕਸਟ ਆਪਾਂ ਇਹਨੂੰ ਐਕਸਪਲੇਨ ਕੀਤਾ ਕਿ ਕਿੱਦਾਂ ਜੌਬ ਓਪਰਚੁਨਿਟੀਜ਼ ਵਧਣਗੀਆਂ। ਆਪਾਂ ਕਿਹਾ ਵੈਨ ਇੰਪਲੋਈਜ਼ ਹੁੰਦੇ ਵਰਕਰ, ਜਦੋਂ ਇੰਪਲੋਈਜ਼ ਵਰਕ ਕਰਨਗੇ ਫਿਊਅਰ ਆਵਰਸ, ਜਦੋਂ ਇੰਪਲੋਈ ਫਿਊਅਰ ਆਵਰਸ ਕੰਮ ਕਰ ਰਿਹਾ, ਫਿਊਅਰ ਟਾਈਮ ਕੰਮ ਕਰ ਰਿਹਾ, ਜੋ ਕੰਪਨੀਆਂ ਆ। ਇਸ ਤੋਂ ਬਾਅਦ ਜਦੋਂ ਵੀ ਤੁਸੀਂ ਵੈਨ ਵਾਲਾ ਸੈਂਟੈਂਸ ਬਣਾਉਣਾ ਹੈ, ਪਹਿਲੇ ਸੈਂਟੈਂਸ ਤੋਂ ਬਾਅਦ ਜਦੋਂ ਦੂਸਰਾ ਸੈਂਟੈਂਸ ਬਣਨਾ ਹੈ ਉਸ ਤੋਂ ਪਹਿਲਾਂ ਕੌਮਾ ਆਏਗਾ। ਅਗਰ ਇੱਥੇ ਪੰਚੁਏਸ਼ਨ ਤੁਸੀਂ ਕੌਮਾ ਨਹੀਂ ਲਾਓਗੇ ਪੂਰਾ ਸੈਂਟੈਂਸ ਚੇਂਜ ਹੋ ਜਾਏਗਾ, ਠੀਕ ਹੈ। ਆਪਾਂ ਕਿਹਾ ਜਦੋਂ ਇੰਪਲੋਈਜ਼ ਜਿਹੜੇ ਵਰਕ ਕਰਨਗੇ ਫਿਊ ਆਰ, ਜੋ ਕੰਪਨੀਆਂ ਆ ਨਾ ਮੇ ਨੀਡ ਟੂ ਹਾਇਰ ਐਡੀਸ਼ਨਲ ਵਰਕਰਸ ਟੂ ਕੰਪਲੀਟ ਟਾਸਕ। ਉਹ ਜੋ 3 ਦਿਨਾਂ ਦਾ ਬਾਕੀ ਕੰਮ ਰਹਿੰਦਾ ਏ ਉਹਨੂੰ ਕੰਪਲੀਟ ਕਰਨ ਲਈ ਕੰਪਨੀ ਨੂੰ ਨਿਊ ਸਟਾਫ ਹਾਇਰ ਕਰਨਾ ਪਏਗਾ। ਐਜ਼ ਅ ਰਿਜ਼ਲਟ, ਹੁਣ ਐਜ਼ ਅ ਰਿਜ਼ਲਟ ਇੱਕ ਟੈਂਪਲੇਟ ਦੀ ਲਾਈਨ ਕਿ ਉਹਦਾ ਰਿਜ਼ਲਟ ਕੀ ਨਿਕਲਿਆ, ਠੀਕ ਹੈ। ਰਿਜ਼ਲਟ ਕੀ ਨਿਕਲਿਆ ਤੇ ਆਪਾਂ ਕਿਹਾ ਰਿਜ਼ਲਟ ਇਹ ਨਿਕਲਿਆ ਕਿ ਜੋ ਮੋਰ job opportunities na become available ho janegiyan, and this also allow workers to spend more time on personal development and family activities। ठीक है जी। ਹੁਣ ਦੇਖੋ ਧਿਆਨ ਦੇ ਨਾਲ ਮੇਨ ਪੁਆਇੰਟ ਦਿੱਤਾ ਕਿ ਇਹਦੇ ਨਾਲ ਜੌਬ ਓਪਰਚੁਨਿਟੀਜ਼ ਕ੍ਰੀਏਟ ਹੋਣਗੀਆਂ। ਐਗਜ਼ਾਮੀਨਰ ਕਹਿੰਦੇ ਕਿਵੇਂ, ਆਪਾਂ ਕਿਹਾ ਦੇਖੋ ਜਦੋਂ ਵਰਕਰ ਫਿਊਅਰ ਆਰ ਕੰਮ ਕਰਨ ਦੇ ਕੰਪਨੀ ਨੂੰ ਐਡੀਸ਼ਨਲ ਸਟਾਫ ਹਾਇਰ ਕਰਨ ਦੀ ਜ਼ਰੂਰਤ ਆ ਤਾਂ ਜੋ ਬਾਕੀ ਬੱਚੇ ਟਾਸਕ ਨੂੰ ਕੰਪਲੀਟ ਕਰ ਸਕੇ। ਤਾਂ ਰਿਜ਼ਲਟ ਕੀ ਨਿਕਲੂਗਾ, ਬਹੁਤ ਸਾਰੀਆਂ ਜੌਬ ਓਪਰਚੁਨਿਟੀਜ਼ ਵਧਣਗੀਆਂ ਤੇ ਇਹਦੇ ਨਾਲ ਜੋ ਟਾਈਮ ਉਹ ਆਪਣੀ ਫੈਮਿਲੀ ਦੇ ਨਾਲ ਸਪੈਂਡ ਕਰ ਸਕਦੇ ਆਪਣੀ ਪਰਸਨਲ ਡਿਵੈਲਪਮੈਂਟ ਤੇ। ਅਗਰ ਕੋਈ ਉਹ ਕੁਝ ਸਿੱਖਣਾ ਚਾਹੁੰਦੇ ਆ ਜਾਂ ਕੁਝ ਆਪਣੇ ਪਰਸਨਲ ਲਾਈਫ ਦੇ ਵਿੱਚ ਅੱਗੇ ਕੁਝ ਕਰਨਾ ਚਾਹੁੰਦੇ ਆ ਉਹ ਟਾਈਮ ਉਹ ਤੇ ਯੂਟਿਲਾਈਜ਼ ਕਰ ਸਕਦੇ ਹੈਗੇ ਆ। ਉਹਨੂੰ ਸਪੋਰਟ ਕਰਨ ਲਈ ਆਪਾਂ ਐਗਜ਼ਾਮਪਲ ਦਿੱਤੀ, ਠੀਕ ਹੈ ਜੀ। ਆਪਾਂ ਲਿਖਿਆ ਫॉर एग्जांपल several companies, बहुत सारी companies that introduced, जो कि introduce कर दिया है shorter working weeks ਨੂੰ और reported कर दिया है improved productivity। ਉਹ ਕਹਿੰਦੀ ਹੈ ਕਿ ਸਾਡੀ ਕੰਪਨੀ ਦੇ ਵਿੱਚ ਜੋ ਪ੍ਰੋਡਕਟਿਵਿਟੀ ਉਹ ਇੰਪਰੂਵ ਹੋਈ ਹੈ ਤੇ EMPLOYEE ਸੈਟੀਸਫੈਕਸ਼ਨ ਤੇ EMPLOYEE ਜੋ ਵਰਕਰ ਹੈ ਸਾਡੀ ਕੰਪਨੀ ਦੇ ਵਿੱਚ ਉਹ ਬਹੁਤ ਸੈਟੀਸਫਾਈ ਹੈ ਚੀਜ਼ ਨਾਲ। ਦੇਖੋ ਸਿੰਪਲੀ ਇੱਕ ਐਗਜ਼ਾਮਪਲ ਦੇਣੀ ਆਪਣੇ ਕੋਲੋਂ ਹੀ ਤੁਸੀਂ ਕਹਿ ਸਕਦੇ ਹੋ, ਠੀਕ ਹੈ, ਕਿ ਬਹੁਤ ਸਾਰੀਆਂ ਕੰਪਨੀ ਜਿਨ੍ਹਾਂ ਨੇ ਇੰਟਰੋਡਿਊਸਡ ਕੀਤਾ ਹੈ ਸ਼ਾਰਟਨ ਵਰਕਿੰਗ ਵੀਕਸ ਨੂੰ ਉਹ ਰਿਪੋਰਟ ਦਿੰਦੀਆਂ ਕਹਿੰਦੀਆਂ ਹੈ ਕਿ ਸਾਡੀ ਕੰਪਨੀ ਦੇ ਵਿੱਚ ਜੋ ਪ੍ਰੋਡਕਟਿਵਿਟੀ ਇੰਪਰੂਵ ਹੋਈ ਆ ਤੇ EMPLOYEES ਦੀ ਸੈਟੀਸਫੈਕਸ਼ਨ ਵੀ ਇੰਪਰੂਵ ਹੋਈ ਹੈ। ਨੈਕਸਟ ਜੋ ਆਪਾਂ ਇਹਦਾ ਰਿਜ਼ਲਟ ਲਿਖਿਆ ਹੈ ਉਹ
ਪ੍ਰੋਪਰ ਇੱਕ ਜਿਹੜੀ ਹੈਗੀ ਆ ਟੈਂਪਲੇਟ ਦੀ ਲਾਈਨ ਹੈ ਜਿਹਦੇ ਵਿੱਚ ਆਪਾਂ ਲਿਖਿਆ ਹੈਂਸ ਇਸ ਕਰਕੇ ਦਿਸ ਕੈਨ ਹੈਵ ਪ੍ਰੋਡਕਟਿਵ ਆਊਟਕਮਸ ਹੈਗੇ ਪ੍ਰੋਡਕਟਿਵ ਆਊਟਕਮਸ ਮਤਲਬ ਪੋਜ਼ਿਟਿਵ ਇਫੈਕਟਸ ਹੈਗੇ ਆ ਐਂਡ ਇੰਪਰੂਵ ਦੀ ਕੁਆਲਿਟੀ ਆਫ ਲਾਈਫ ਤੇ ਇਹਦੇ ਨਾਲ ਉਹਨਾਂ ਦੀ ਜੋ ਕੁਆਲਿਟੀ ਆਫ ਲਾਈਫ ਉਹ ਇੰਪਰੂਵ ਹੋਏਗੀ ਇਹ ਪੱਕੀ ਇੱਕ ਤੁਹਾਡੀ ਫਿਕਸ ਰਿਜ਼ਲਟ ਹੈਗਾ ਹਰ ਇੱਕ ਜਗ੍ਹਾ ਤੇ ਤੁਸੀਂ ਇਹਨੂੰ ਲਿਖ ਸਕਦੇ ਹੋ ਹਾਂ ਅਗਰ ਤੁਸੀਂ ਤੇ ਨੈਗੇਟਿਵ ਸਾਈਡ ਲਿਖਣਾ ਹੋਏ ਤਾਂ ਤੁਸੀਂ ਇਹਨੂੰ ਚੇਂਜ ਕਿੱਦਾਂ ਕਰਨਾ ਹੈ ਜਿਵੇਂ ਸਪੋਜ਼ ਕਰੋ ਮੈਂ ABP ਨੈਗੇਟਿਵ ਦਾ ਲਿਖ ਦਿੱਤੀ ਹੁਣ ਇੱਥੇ ਪ੍ਰੋਡਕਟਿਵ ਆਊਟਕਮਸ ਤੇ ਆਣਗੇ ਨਹੀਂ ਮੈਂ ਨੈਗੇਟਿਵ ਲਿਖੂਗੀ ਨਾ ਸੋ ਫਿਰ ਮੈਂ ਕੀ ਕਰੂੰਗੀ ਮੈਂ ਲਿਖੂੰਗੀ ਹੈਂਸ H कैपिटल पा लो ठीक है hence this can have ਹੁਣ ਪ੍ਰੋਡਕਟਿਵ ਆਊਟਕਮਸ ਤੇ ਮੈਂ ਲਿਖ ਦੂੰਗੀ ਨੈਗੇਟਿਵ consequences ਠੀਕ ਹੈ this can have negative consequences ਜਿੱਥੇ improve ਲਿਖਿਆ ਤੇ ਮੈਂ reduce ਲਿਖ ਦੂੰਗੀ reduce the quality of life ਠੀਕ ਹੈ ਬੱਚੇ ਇਦਾਂ ਮੈਂ ਲਿਖ ਦਾਂਗੀ ਮੈਂ ਕਹੂੰਗੀ this can have negative consequences ਇਹਦੇ ਕੀ ਹੈ ਨੈਗੇਟਿਵ consequences ਆ ਤੇ ਇਹ ਉਹਨਾਂ ਦਾ ਜੋ ਕੁਆਲਿਟੀ ਆਫ ਵਰਕ ਕੁਆਲਿਟੀ ਆਫ ਲਾਈਫ ਹੈ ਤੇ ਇਹ ਉਹਨਾਂ ਦੀ ਜੋ ਕੁਆਲਿਟੀ ਆਫ ਲਾਈਫ ਆ ਉਹਨੂੰ ਰਿਡਿਊਸ ਕਰੇਗੀ ਠੀਕ ਹੈ ਜੀ ਇਹ ਚੀਜ਼ ਤੁਸੀਂ ਯਾਦ ਕਰ ਲਓ ਪੱਕੀ ਠੀਕ ਹੈ ਹੁਣ ਕਲੀਅਰਲੀ ਪਤਾ ਲੱਗ ਗਿਆ ਕਿ ਕਿੱਦਾਂ ਤੁਸੀਂ ਇੱਕ BP ਲਿਖਣਾ ਹੈਗਾ ਏ ਮੇਨ ਪੁਆਇੰਟ ਸਟਾਰਟਿੰਗ ਤੁਸੀਂ ਇਦਾਂ ਕਹਿ ਸਕਦੇ ਆ ਜਦੋਂ ਐਡਵਾਂਟੇਜ ਡਿਸਐਡਵਾਂਟੇਜ ਨੇ ਕਿ ਸੈਵਰਲ ਬੈਨੀਫਿਟ ਆ ਪ੍ਰੀਡੋਮੀਨੈਂਟ ਪ੍ਰਮੋਖ ਹੈ ਮੇਨ ਪੁਆਇੰਟ in other words proper explain करना result करना है फिर ਉਹਦੀ example ਦੇਣੀ ਹੈ proper example ਤੋਂ ਬਾਅਦ ਉਹਦਾ result ਕਰ ਦੇਣਾ ਇਹ proper ਇੱਕ ਤੁਹਾਡਾ structured idea ਬਣ ਗਿਆ proper organized BP ਬਣ ਗਿਆ main point ਉਹਦੀ explanation ਉਹਦੀ example then ਉਹਦਾ result ਕੱਢ ਦਿੱਤਾ ਕਿ ਇਹਦੇ ਚੰਗੇ ਪ੍ਰਭਾਵ ਅਗਰ ਕੋਈ ਮੈਂ 네ਗੇਟਿਵ ਦੇ ਸਾਈਡ ਤੇ ਲਿਖਦੀ ਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਤੁਸੀਂ 네ਗੇਟਿਵ consequences ਲਿਖ ਦੇਣਾ ਹੈ ਤੇ ਇੰਪਰੂਵ ਦੀ ਜਗ੍ਹਾ ਤੇ ਰਿਡਿਊਸ ਲਿਖ ਦੇਣਾ ਕਲੀਅਰ ਹੈ ਜੀ नेक्स्ट देखो हुण आपां इहदी डिसएडवांटेज वाली साइड की गल करते तो आपां क्या ऑन दी अदर हैंड जे आपां दूसरी तरफ की गल करते हैं दिस पॉलिसी हैज आल्सो हैज सर्टेन ड्रॉबैक्स इस पॉलिसी दे कुछ सर्टेन मतलब कुछ थोड़े जे ड्रॉबैक्स भी है बट द फर्स्ट एंड फॉरमोस्ट इज दैट ठीक है पर पहला ते प्रमुख की है टैंपलेट दी लाइन है जो भी डिसएग्री वाली साइड जाना तो सीधा लिख देना है कि इहदे कुछ जिहड़े हैगे ड्रॉबैक्स हैगे पर पहला ते प्रमुख की आ ਉਸ ਤੋਂ ਬਾਅਦ ਤੁਸੀਂ ਆਪਣੀ ਇੱਕ ਕੰਟੈਂਟ ਦੀ ਲਾਈਨ ਦੱਸੋਗੇ ਕਿ ਤੁਹਾਨੂੰ ਮੇਨ ਡਿਸਐਡਵਾਂਟੇਜ ਕੀ ਲੱਗਦੀ ਤਾਂ ਆਪਾਂ ਕਹਿੰਦੇ ਕੰਪਨੀ ਮੇ ਫੇਸ ਹਾਇਰ ਲੇਬਰ ਕਾਸਟ ਨੂੰ ਲੇਬਰ ਦੀ ਕਾਸਟ ਜ਼ਿਆਦਾ ਪਏਗੀ ਕਿਉਂਕਿ ਉਹ ਇੱਕ ਜਾਣੇ ਨੂੰ ਸੈਲਰੀ ਦੇ ਕੇ ਪੂਰੇ ਹਫਤੇ ਦਾ ਕੰਮ ਕਰਵਾ ਰਹੇ ਕਿੱਥੇ ਉਹਨੂੰ ਦੋਵਾਂ ਜਾਣਿਆਂ ਨੂੰ ਸੈਲਰੀ ਦੇਣੀ ਪੈਣੀ ਹੈ ਐਕਸਟਰਾ ਸਟਾਫ ਉਹਨਾਂ ਨੂੰ ਹਾਇਰ ਕਰਨਾ ਪੈ ਰਿਹਾ ਤੇ ਉਹਨਾਂ ਦੀ ਕਾਸਟ ਆਬਵੀਅਸਲੀ ਵਧੇਗੀ ਨਾ ਸੋ ਆਪਾਂ ਕਿਹਾ ਕਿ ਕੰਪਨੀ ਨੂੰ ਜਿਹੜਾ ਹਾਇਰ ਲੇਬਰ ਕਾਸਟ ਪਏਗੀ ਕਹਿੰਦੇ ਕਿੱਦਾਂ ਪਏਗੀ ਉਹਨੂੰ ਆਪਾਂ ਐਕਸਪਲੇਨ ਕੀਤਾ ਤੇ ਐਕਸਪਲੇਨ ਕਰਨ ਲਈ ਆਪਾਂ ਕਨੈਕਟ ਲਾਇਆ ਟੂ ਐਕਸਪਲੇਨ ਇਟ ਪ੍ਰੀਸਾਈਜ਼ਲੀ ਇਹਨੂੰ ਚੰਗੀ ਤਰੀਕੇ ਦੇ ਨਾਲ ਕਲੀਅਰਲੀ ਆਪਾਂ ਐਕਸਪਲੇਨ ਕਰਦੇ ਇਸ ਮੇਨ ਪੁਆਇੰਟ ਆਪਾਂ ਨੈਕਸਟ ਨੂੰ ਐਕਸਪਲੇਨ ਕੀਤਾ ਆਪਾਂ ਕਿਹਾ ਵੈਨ ਵਰਕਰਸ ਵਰਕ few hours ਜਦੋਂ ਵਰਕਰ ਥੋੜੇ ਸਮੇਂ ਲਈ ਕੰਮ ਕਰਨਗੇ ਫਿਰ ਕੀ ਹੋਊਗਾ ਕੰਪਨੀ ਨੀਡ ਟੂ ਹਾਇਰ ਐਡੀਸ਼ਨਲ EMPLOYEES ਹਾਇਰ ਕਰਨੇ ਪੈਣਗੇ ਔਰ ਪੇ ਓਵਰਟਾਈਮ ਵੇਜਿਸ ਹੁੰਦਾ ਸੈਲਰੀ ਤੇ ਓਵਰਟਾਈਮ ਵੇਜਿਸ ਦੇਣੀਆਂ ਪੈਣਗੀਆਂ ਸੈਲਰੀਜ਼ ਦੇਣੀ ਪਊਗੀ ਉਹਨਾਂ ਦੇ ਲਈ ਠੀਕ ਹੈ ਜੀ ਉਸ ਬੱਚੇ ਰਿਜ਼ਲਟ ਕੀ ਨਿਕਲੇਗਾ ਇਟ ਡਿਕਰੀਜ਼ਸ ਪ੍ਰੋਡਕਟਿਵਿਟੀ ਜਦੋਂ ਇਟ ਲਾਓਗੇ ਜੋ ਵੀ ਤੁਸੀਂ ਵਰਬ ਲਾਓਗੇ ਉਹਨਾਂ SES ਜ਼ਰੂਰ ਪਾਇਓ ਕਿਉਂਕਿ ਜਦੋਂ ਵੀ ਸਿੰਗੂਲਰ ਸਬਜੈਕਟ ਹੁੰਦਾ ਤੇ ਵਰਬ ਦੀ ਫਰਸਟ ਫਾਰਮ ਨਾਲ SES ਜ਼ਰੂਰ ਆਉਂਦਾ ਹੈ ਤਾਂ ਆਪਾਂ ਕਹਿੰਦੇ ਇਟ ਡਿਕਰੀਜ਼ਸ ਪ੍ਰੋਡਕਟਿਵਿਟੀ ਇਹਦੇ ਨਾਲ ਕੀ ਪ੍ਰੋਡਕਟਿਵਿਟੀ ਘਟੇਗੀ ਇਨ ਇੰਡਸਟਰੀਜ਼ ਦੇ ਵਿੱਚ that required continuous operation ਜਿੱਥੇ ਕਿ ਕੰਟੀਨਿਊਸ ਆਪਰੇਸ਼ਨ ਦੀ ਜ਼ਰੂਰਤ ਹੋਊਗੀ ਉੱਥੇ ਪ੍ਰੋਡਕਟਿਵਿਟੀ ਘਟ ਜਾਏਗੀ ਕਿਉਂਕਿ ਜੋ ਨਵੇਂ ਸਟਾਫ ਉਹ ਜ਼ਿਆਦਾ ਫੈਮਿਲੀਅਰ ਨਹੀਂ ਹੋਣਗੇ ਕੰਪਨੀ ਦੇ ਨਾਲ ਉਹਨਾਂ ਨੂੰ ਫੈਮਿਲੀਅਰ ਹੋਣ ਦੇ ਲਈ ਟਾਈਮ ਲੱਗੇਗਾ ਟ੍ਰੇਨਿੰਗ ਦੇਣ ਲਈ ਟਾਈਮ ਲੱਗੇਗਾ ਤੇ ਇਹਦੇ ਨਾਲ ਕੀ ਆ ਕਿ ਜੋ ਪ੍ਰੋਡਕਟਿਵਿਟੀ ਉਹ ਘਟ ਜਾਏਗੀ ਤੇ ਜੋ ਕੰਟੀਨਿਊ ਆਪਰੇਸ਼ਨ ਚੱਲਦਾ ਉਹਦੇ ਵਿੱਚ ਰੁਕਾਵਟ ਆ ਸਕਦੀ ਹੈ ਠੀਕ ਹੈ ਐਗਜ਼ਾਮਪਲ ਦਿੱਤੀ ਕਨੈਕਟਰ ਲਾਇਆ ਫੋਰ ਐਗਜ਼ਾਮਪਲ ਨੈਕਸਟ ਨੂੰ ਆਪਾਂ ਐਕਸਪਲੇਨ ਕੀਤਾ ਆਪਾਂ ਕਿਹਾ some industries such as ਜਿਵੇਂ ਕਿ healthcare ਹੋ ਗਈਆਂ and manufacturing ਹੋ ਗਈਆਂ may find it difficult to maintain productivity ਉਹਨਾਂ ਨੂੰ ਇਹ difficult ਲੱਗਦਾ ਆਪਣੀ productivity ਨੂੰ maintain ਕਰਨਾ with shorter working hours ਦੇ ਨਾਲ ਕਿਉਂਕਿ healthcare ਦੇ ਵਿੱਚ 24 ਘੰਟੇ ਉੱਥੇ ਸਟਾਫ ਚਾਹੀਦਾ ਹੈ ਜੇ ਨਿਊ ਸਟਾਫ ਆ ਜਾਂਦਾ ਉਹ ਸ਼ਾਇਦ ਦਾ ਐਕਸਪੀਰੀਅੰਸ ਕਿਉਂਕਿ ਹੈਲਥ ਕੇਅਰ ਹੋ ਗਿਆ ਮੈਨੂਫੈਕਚਰਿੰਗ ਹੋ ਗਿਆ ਉਹਦੇ ਵਿੱਚ ਐਕਸਪੀਰੀਅੰਸ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਤੇ ਉਹਦੇ ਵਿੱਚ ਜੋ ਸ਼ਾਰਟ ਵਰਕਿੰਗ ਵੀਕਸ ਆ ਕਿਤੇ ਨਾ ਕਿਤੇ ਉਹਨਾਂ ਦੀ ਪ੍ਰੋਡਕਟਿਵਿਟੀ ਨੂੰ ਜਿਹੜਾ ਹੈਗਾ ਉਹ ਰਿਡਿਊਸ ਕਰ ਸਕਦੇ ਹੈਗੇ ਆ ਠੀਕ ਹੈ ਨੈਕਸਟ ਆਪਾਂ ਜੋ ਰਿਜ਼ਲਟ ਕੱਢਿਆ ਉਹ ਵੀ ਬਿਲਕੁਲ ਜਿਹੜਾ ਹੈਗਾ ਵਾ ਤੁਹਾਡੀ ਟੈਂਪਲੇਟ ਦੀ ਫਿਕਸ ਲਾਈਨ ਆ ਦੇਅਰਫੋਰ ਇਸ ਕਰਕੇ ਦਿਸ ਪਾਲਿਸੀ ਹੈਜ਼ ਸਮ ਡਿਸਟਰਕਟਿਵ ਇਫੈਕਟਸ ਹੈਗੇ ਆ ਔਨ ਓਵਰਆਲ ਡਿਵੈਲਪਮੈਂਟ ਦੇ ਇਸ ਕਰਕੇ ਇਸ ਜੋ ਪ੍ਰੋਡਕਟਿਵਿਟੀ ਦੇ ਜਿਹੜੇ ਹੈਗੇ ਆ ਉਹ ਮਾੜੇ ਪ੍ਰਭਾਵ ਹੈਗੇ ਆ ਡਿਸਟਰਕਟਿਵ ਮਤਲਬ 네ਗੇਟਿਵ ਇਫੈਕਟਸ ਹੈਗੇ ਆ ਔਨ ਓਵਰਆਲ ਡਿਵੈਲਪਮੈਂਟਸ ਤੇ ਠੀਕ ਹੈ ਜੀ ਹੁਣ ਇਹ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੇ ਤੁਸੀਂ ਇੱਕ ਹੀ ਸਾਈਡ ਜਾਂਦੇ ਤਾਂ ਦੋਨੋਂ ਤੁਸੀਂ ਪੋਜ਼ਿਟਿਵ ਸਾਈਡ ਜਾ ਰਹੇ ਹੋ
ਪਹਿਲੇ ਤਾਂ ਵੀ ਮੈਂ ਦੱਸਦਾ ਕਿ ਜੇ ਤੁਸੀਂ 네ਗੇਟਿਵ ਲਿਖਣਾ ਕਿੱਦਾਂ ਹੈ ਤੇ ਆ ਪੋਜ਼ਿਟਿਵ ਆ, ਤੇ ਜੇ ਸਪੋਜ਼ ਕਰੋ ਤੁਸੀਂ ਆ ਵੀ ਪੋਜ਼ਿਟਿਵ ਦਾ ਲਿਖਿਆ ਹੁੰਦਾ, ਬਾਈ ਚਾਂਸ ਕੋਈ ਕੰਪਲੀਟਲੀ ਐਗਰੀ ਵਾਲਾ ਆ ਜਾਂਦਾ ਹੈ, ਤੇ ਫਿਰ ਤੁਸੀਂ ਇੱਥੇ ਡਿਸਟਰਕਟਿਵ ਦੀ ਜਗ੍ਹਾ ਤੇ ਪੁੱਤ ਕੀ ਲਿਖਣਾ ਹੈ, ਇੱਥੇ ਤੁਸੀਂ ਲਿਖ ਦੇਣਾ ਹੈ ਕੰਸਟਰਕਟਿਵ ਇਫੈਕਟ। ਠੀਕ ਹੈ ਬੱਚੇ, ਕੰਸਟਰਕਟਿਵ ਇਫੈਕਟਸ। ਠੀਕ ਹੈ, ਇਹਦੇ ਨਾਲ ਕੀ ਹੈ, ਇਹਦੇ ਕੁਝ ਕੰਸਟਰਕਟਿਵ ਇਫੈਕਟਸ, ਇਫੈਕਟ ਨਾਲ ਜ਼ਰੂਰ ਐਸ ਪਾਇਓ ਕਿਉਂਕਿ ਸਮ ਹੁੰਦਾ ਕੁਝ ਫਿਊ ਤੇ ਜ਼ਿਆਦਾ ਹੁੰਦੇ ਆ, ਥੋੜੇ ਇੱਕ ਨਾਲੋਂ ਜ਼ਿਆਦਾ ਹੁੰਦੇ ਆ, ਇਸ ਕਰਕੇ ਇਫੈਕਟਸ ਨਾਲ ਜਿਹੜਾ ਵਾ ਉਹ ਐਸ ਆਏਗਾ ਤੁਹਾਡਾ। ਠੀਕ ਹੈ ਜੀ, ਹੁਣ ਕਲੀਅਰਲੀ ਪਤਾ ਲੱਗ ਗਿਆ ਕਿ ਤੁਸੀਂ ਇੱਕ BP2 ਨੂੰ BP1 ਨੂੰ ਕਿੱਦਾਂ ਆਰਗੇਨਾਈਜ਼ ਕਰਕੇ ਲਿਖਣਾ ਹੈ। ਮੇਨ ਪੁਆਇੰਟ, ਐਕਸਪਲੇਨੇਸ਼ਨ, ਐਗਜ਼ਾਮਪਲ ਤੇ ਰਿਜ਼ਲਟ। ਠੀਕ ਹੈ ਜੀ, ਹੁਣ ਤੁਹਾਨੂੰ ਦੱਸਦੀ ਹੈ ਕਿ ਕੰਕਲੂਜਨ ਚ ਕੋਈ ਐਕਸਟਰਾ ਪੁਆਇੰਟ ਨਹੀਂ ਦੇਣਾ, ਬਿਲਕੁਲ ਫ੍ਰੀ ਹੋ ਜਾਓ। ਜੋ BP1 BP2 ਦੇ ਵਿੱਚ ਲਿਖਿਆ ਉਹੀ ਕਨਕਲੂਡ ਕਰਨਾ ਹੁੰਦਾ, ਤੇ ਕਨਕਲੂਜਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਜੋ ਤੁਸੀਂ BP1 BP2 ਦੇ ਵਿੱਚ ਲਿਖਿਆ ਉਹ ਕਨਕਲੂਡ ਕਰਕੇ ਤੁਸੀਂ ਕਨਕਲੂਜਨ ਦੇ ਵਿੱਚ ਦੱਸਣਾ ਹੈਗਾ। ਠੀਕ ਹੈ ਜੀ, ਧਿਆਨ ਦੇ ਨਾਲ ਦੇਖੋ ਬੱਚੇ, ਹੁਣ ਜੋ ਆਪਾਂ ਆਲ ਵਾਲਾ ਸੈਂਟੈਂਸ ਬਣਾਵਾਂਗੇ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕੰਪਾਊਂਡ ਕੰਪਲੈਕਸ ਸਟਰਕਚਰ ਕੀ ਹੁੰਦਾ ਹੈ ਕਿ ਤੁਸੀਂ ਆਲ ਵਾਲੇ ਵਾਈਲ ਹੋ ਗਿਆ, ਠੀਕ ਹੈ, ਇਫ ਹੋ ਗਿਆ, ਵੈਨ ਵਾਲੇ ਸੈਂਟੈਂਸ ਬਣਾਉਣੇ। ਜਿਵੇਂ ਕਿ ਆਪਾਂ ਕਨਕਲੂਜਨ ਦੇ ਵਿੱਚ ਕਿਹਾ, ਆਪਾਂ ਕਿਹਾ ਇਨ ਕਨਕਲੂਜਨ ਜਿਹੜੀ ਚੀਜ਼ ਨਾਲ ਤੁਸੀਂ ਐਗਰੀ ਨਹੀਂ ਨਾ ਹੈਗੇ ਉਹਦੇ ਨਾਲ ਤੁਸੀਂ ਆਲ ਦੋ ਲਾ ਦੇਣਾ ਹੈ, ਜਿਹਦੇ ਨਾਲ ਤੁਸੀਂ ਐਗਰੀ ਹੋ ਉਹ ਤੋਂ ਬਾਅਦ ਫਿਰ ਆਲ ਦੋ ਵਾਲੀ ਪਹਿਲੀ ਲਾਈਨ ਤੋਂ ਬਾਅਦ ਕਾਮਾ ਪਾਉਣਾ ਹੈ, ਤੇ ਉਹ ਕਾਮੇ ਦਾ ਮਤਲਬ ਹੁੰਦਾ ਹੈ ਬਟ। ਉਸ ਤੋਂ ਬਾਅਦ ਤੁਸੀਂ ਆਪਣੀ ਗੱਲ ਕਹਿਣੀ ਹੈ ਕਿਵੇਂ, ਧਿਆਨ ਦੇ ਨਾਲ ਦੇਖੋ। ਮੈਂ ਕਿਹਾ ਆਲਦੋ ਭਾਵੇਂ ਕਿ, ਆਲਦੋ ਦਾ ਮਤਲਬ ਕੀ ਹੈ, ਭਾਵੇਂ ਕਿ ਸ਼ਾਰਟਨਿੰਗ ਦੀ ਵਰਕਿੰਗ ਵੀਕ ਹੈਜ਼ ਅ ਫਿਊ ਡਿਸਐਡਵਾਂਟੇजेस, ਭਾਵੇਂ ਕਿ ਜੋ ਸ਼ਾਰਟਨਿੰਗ ਦੀ ਵਰਕਿੰਗ ਵੀਕ ਦੇ ਕੁਝ ਡਿਸਐਡਵਾਂਟੇजेस ਹੈਗੇ ਆ, ਉਹ ਕੌਮੇ ਦਾ ਮਤਲਬ ਹੈ ਬਟ। I believe that, but ਮੈਂ ਇਹ ਬਲੀਵ ਕਰਦੀ ਆ it can create employment opportunities, ਇੰਨਾ employment opportunities ਵਧੇਗੀ, improve workers ਹੈ well-being, ਉਹਨਾਂ ਦੀ ਜੋ well-being ਆ, health ਆ, ਉਹ improve ਹੋਏਗੀ, and increase ਪ੍ਰੋਡਕਟਿਵਿਟੀ ਵਧੇਗੀ। ਠੀਕ ਹੈ ਜੀ, ਮਤਲਬ ਆਲਦੋ ਦੇ ਨਾਲ ਤੁਸੀਂ ਉਹ ਲਾਈਨ ਲਿਖ ਦੇਣੀ ਹੈ ਜਿੰਨਾ ਤੁਸੀਂ ਨਹੀਂ ਐਗਰੀ ਹੈਗੇ। ਠੀਕ ਹੈ ਜੀ, ਕੌਮੇ ਤੋਂ ਬਾਅਦ ਜਿਹੜੀ ਸਾਈਡ ਨਾਲ ਤੁਸੀਂ ਐਗਰੀ ਹੈ ਤੁਸੀਂ ਆਈ ਬਲੀਵ ਪਾ ਕੇ ਉਹ ਚੀਜ਼ ਦਾ ਨਾਮ ਲਿਖ ਦੇਣਾ ਜੋ ਤੁਸੀਂ BP ਚ ਐਕਸਪਲੇਨ ਕੀਤਾ। ਜਿਵੇਂ ਆਪਾਂ ਐਕਸਪਲੇਨ ਕੀਤਾ ਸੀ ਕਿ ਇਹਦੇ ਨਾਲ ਇੰਪਲੋਇਮੈਂਟ ਓਪਰਚੁਨਿਟੀਜ਼ ਵਧੇਗੀ, ਉਹ ਆਪਣੀ ਫੈਮਿਲੀ ਦੇ ਨਾਲ ਪਰਸਨਲ ਟਾਈਮ ਸਪੈਂਡ ਕਰ ਸਕਦੇ ਹੈਗੇ, ਤੇ ਉਹਨਾਂ ਦੀ ਵੈਲਬੀਇੰਗ ਇੰਪਰੂਵ ਹੋਈ ਤੇ ਪ੍ਰੋਡਕਟਿਵਿਟੀ ਵਧੇਗੀ ਇਹਦੇ ਨਾਲ, ਕਿਉਂਕਿ EMPLOYE ਸੈਟੀਸਫਾਈ ਹੋਣਗੇ ਹਨਾ, ਤੇ ਜਦੋਂ EMPLOYE ਆਪਣੇ ਕੰਮ ਨਾਲ ਸੈਟੀਸਫਾਈ ਤੋਂ ਰੀਜ ਨਾ ਕੰਮ ਕਰਨਗੇ ਨਾ। ਸੋ ਨੈਕਸਟ ਵਾਲੀ ਜਿਹੜੀ ਹੈ ਟੈਂਪਲੇਟ ਤੇ ਫਿਕਸ ਲਾਈਨ ਹੈ ਜੋ ਤੁਸੀਂ ਹਰੇਕ ਤੇ ਐਡ ਕਰ ਸਕਦੇ ਹੋ, ਤੇ ਮੈਂ ਕਿਹਾ therefore ਇਸ ਕਰਕੇ this approach can bring long term benefit ਦੇ ਸਕਦੇ ਟੂ ਬੋਥ ਇੰਡੀਵਿਜੂਅਲਸ ਨੂੰ ਐਂਡ ਸੁਸਾਇਟੀ। ਠੀਕ ਹੈ ਜੀ, ਇਹ ਆਪਣਾ ਹੋ ਗਿਆ ਪੀਟੀ ਦਾ ਐਸੇ, ਕਿੱਦਾਂ ਆਪਾਂ ਪ੍ਰੋਪਰ ਸਟਰਕਚਰਾਈਜ਼ਡ ਕਰਕੇ ਲਿਖਣਾ ਹੈ। ਹੁਣ ਤੁਹਾਨੂੰ ਕਲੀਅਰਲੀ ਪਤਾ ਲੱਗ ਗਿਆ ਹੋਗਾ ਉਹ 7 ਟੀਚਰਸ ਨੂੰ ਦੇਖ ਕੇ ਕਿ ਕਿੱਦਾਂ ਆਪਾਂ ਆਰਗੇਨਾਈਜ਼ ਕਰਕੇ ਆਪਣੇ ਐਸੇ ਨੂੰ ਲਿਖਣਾ ਹੈ, ਤੇ ਕਿੱਦਾਂ ਸਾਡੇ ਸਕੋਰ ਜਿਹੜੇ ਹੈਗੇ ਆ ਉਹ ਰਾਈਟਿੰਗ ਦੇ ਵਿੱਚ ਜਿਹੜੇ ਹੈਗੇ ਇੰਪਰੂਵ ਹੋ ਸਕਦੇ ਆ। ਠੀਕ ਹੈ ਜੀ, ਹੁਣ ਡੇਲੀ ਆਪਾਂ ਜੋ ਮੋਸਟ ਇੰਪੋਰਟੈਂਟ ਐਸੇ ਜੋ ਐਗਜ਼ਾਮ ਦੇ ਵਿੱਚ ਆਉਂਦੇ ਉਹ ਆਪਾਂ ਕਰਿਆ ਕਰਾਂਗੇ। ਇਹਦੇ ਨਾਲ ਕੀ ਹੈ ਕਿ ਤੁਹਾਡੇ ਆਈਡੀਆਜ਼ ਹੌਲੀ ਹੌਲੀ ਕਰਕੇ ਮਾਈਂਡ ਦੇ ਵਿੱਚ ਇੰਪਰੂਵ ਹੋਣੇ ਸਟਾਰਟ ਹੋ ਜਾਣਗੇ, ਤੇ ਤੁਹਾਨੂੰ ਸਟਰਕਚਰ ਜਿਹੜਾ ਹੈਗਾ ਵਾ ਉਹ ਕਲੀਅਰਲੀ ਪਤਾ ਲੱਗ ਜਾਏਗਾ। ਫਿਰ ਵੀ ਕਿਸੇ ਚੀਜ਼ ਦੇ ਵਿੱਚ ਪ੍ਰੋਬਲਮ ਹੋਈ ਤੁਸੀਂ ਮੈਨੂੰ ਕਮੈਂਟ ਕਰਕੇ ਬੱਚੇ ਪੁੱਛ ਸਕਦੇ ਹੋ। ਬਾਕੀ ਰੈਗੂਲਰ ਪ੍ਰੈਕਟਿਸ ਜਿਹੜੀ ਆ ਉਹ ਤੁਹਾਨੂੰ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਤੁਸੀਂ ਰੈਗੂਲਰ ਪ੍ਰੈਕਟਿਸ ਕਰੋਗੇ ਤਾਂ ਹੀ ਤੁਹਾਡੇ 'ਚ ਇੰਪਰੂਵਮੈਂਟ ਆਏਗੀ। ਇਹ ਗੱਲ ਹਮੇਸ਼ਾ ਯਾਦ ਰੱਖਣਾ। ਬਾਕੀ ਕੋਈ ਵੀ ਚੀਜ਼ ਇੰਪੋਸੀਬਲ ਨਹੀਂ ਹੁੰਦੀ ਅਗਰ ਤੁਸੀਂ ਰੈਗੂਲਰ ਪ੍ਰੈਕਟਿਸ ਕਰ ਸਕਦੇ ਹੋ। ਐਵਰੀਥਿੰਗ ਕੈਨ ਬੀ ਪੋਸੀਬਲ ਇਫ ਵੀ ਡੂ ਅ ਕੰਟੀਨਿਊਸ ਪ੍ਰੈਕਟਿਸ। ਬਸ ਇਹ ਚੀਜ਼ ਹੈ ਕਿ ਰੱਬ ਤੇ ਵਿਸ਼ਵਾਸ ਰੱਖਣਾ, ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ, ਹਰੇਕ ਚੀਜ਼ ਪੋਸੀਬਲ ਹੈ। ਠੀਕ ਹੈ ਬੱਚੇ।